ਦੋਸਤੋ ਚੈਨਲ ਦੇ ਉੱਤੇ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੁਲਾਈ ਟੈਸਟ ਦੇ ਆਧਾਰਿਤ ਕੁਝ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਜਿਹੜੇ ਆ ਉਹ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ। ਇਹਨਾਂ ਕੁਐਸਚਨਾਂ ਦੇ ਵਿੱਚੋਂ ਤੁਹਾਨੂੰ ਲਗਭਗ 20 ਤੋਂ 25 ਕੁਐਸਚਨ ਤੁਹਾਡੇ ਜਿਹੜਾ ਜੁਲਾਈ ਟੈਸਟ ਹੈ ਉਸ ਦੇ ਵਿੱਚ ਜ਼ਰੂਰ ਮਿਲ ਜਾਣਗੇ। ਸੋ ਕਾਪੀ ਲਓ ਤੇ ਇੱਕ ਪੈਨ ਲਓ, ਇਹਨਾਂ ਕੁਐਸਚਨਸ ਨੂੰ ਕਾਪੀ ਦੇ ਉੱਪਰ ਨੋਟ ਕਰੋ ਤੇ ਸਾਰੇ ਕੁਐਸਚਨਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਵੀਡੀਓ ਨੂੰ ਅੰਤ ਤੱਕ ਪਲੀਜ਼ ਜ਼ਰੂਰ ਦੇਖੋ। ਸੋ ਕੁਐਸਚਨ ਨੰਬਰ 1, ਹਰ ਪਰਿਮੇय ਸੰਖਿਆ ਇੱਕ ਡੈਸ਼ ਸੰਖਿਆ ਹੁੰਦੀ ਹੈ। ਐਵਰੀ ਰੈਸ਼ਨਲ ਨੰਬਰ ਇਜ਼। ਸੋ ਸਭ ਤੋਂ ਪਹਿਲਾਂ ਅਸੀਂ ਦੇਖੋ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ ਸੀ ਨੈਚੁਰਲ ਨੰਬਰ। 1 ਤੋਂ ਸ਼ੁਰੂ ਹੁੰਦੇ ਨੇ, 1 2 3 4 ਸੋ ਔਨ। ਪੂਰਨ ਸੰਖਿਆਵਾਂ 0 ਤੋਂ ਸਟਾਰਟ ਹੁੰਦੀਆਂ, ਤੁਸੀਂ 0 ਇਹਦੇ ਵਿੱਚ ਐਡ ਕਰ ਲੈਂਦੇ ਆ। ਸੰਪੂਰਨ ਨੈਗੇਟਿਵ ਵਾਲੇ ਨੰਬਰ ਆ ਜਾਂਦੇ ਨੇ। ਜੇ ਅਸੀਂ ਗੱਲ ਸੋਚੀਏ ਤਾਂ ਰੈਸ਼ਨਲ ਕੀ ਹੁੰਦੇ ਨੇ, P/Q ਫਾਰਮ 'ਚ ਹੁੰਦੇ ਨੇ, ਬਟੇ 'ਚ। ਦੇਖੋ ਨਾ ਤਾਂ ਇਹਦੇ ਵਿੱਚ ਬਟੇ ਵਾਲੇ ਆਏ, ਨਾ ਇਹਦੇ ਵਿੱਚ ਆਏ, ਨਾ ਇਹਦੇ ਵਿੱਚ ਆਏ, ਰਹਿ ਗਏ ਸਾਡੇ ਪਾਸ ਰੀਅਲ ਨੰਬਰਸ, ਵਾਸਤਵਿਕ ਸੰਖਿਆਵਾਂ। ਜਿਹੜੇ ਰੀਅਲ ਨੰਬਰਸ ਨੇ ਉਹ ਦੋ ਹਿੱਸਿਆਂ ਤੋਂ ਬਣੇ ਹੁੰਦੇ ਨੇ। ਇੱਕ ਪਾਸੇ ਰੈਸ਼ਨਲਸ ਆਉਂਦੇ ਨੇ ਪਰਿਮੇय, ਇੱਕ ਪਾਸੇ ਇਰਰੈਸ਼ਨਲ ਆਉਂਦੇ ਨੇ। ਦੋਨਾਂ ਨੂੰ ਮਿਲ ਕੇ ਕੀ ਬਣਦਾ ਏ, ਰੀਅਲ ਨੰਬਰ ਬਣਦਾ ਹੈ, ਵਾਸਤਵਿਕ ਸੰਖਿਆਵਾਂ ਬਣਦੀਆਂ ਨੇ। ਸੋ ਹਰ ਪਰਿਮੇय ਸੰਖਿਆ, ਦੇਖੋ ਰੈਸ਼ਨਲ ਨੰਬਰ ਕਿਹਦੇ ਵਿੱਚ ਨੇ, ਇਹਨਾਂ ਤੋਂ ਵੱਡਾ ਸੈੱਟ ਕਿਹੜਾ ਹੈ, ਵੱਡੀ ਕੋਈ ਚੀਜ਼ ਕਿਹੜੀ ਹੈ, ਉਹ ਹੈ ਰੀਅਲ ਨੰਬਰਸ, ਵਾਸਤਵਿਕ ਸੰਖਿਆਵਾਂ। ਸੋ ਸਾਡੇ ਪਾਸ ਫਸਟ ਜਿਹੜਾ ਸਾਡਾ ਇੰਪੋਰਟੈਂਟ ਕੁਐਸਚਨ ਹੈ, ਹਰ ਪਰਿਮੇय ਸੰਖਿਆ ਕੀ ਹੁੰਦੀ ਹੈ, ਵਾਸਤਵਿਕ ਸੰਖਿਆ ਹੁੰਦੀ ਹੈ, ਰੀਅਲ ਨੰਬਰ ਹੁੰਦਾ ਹੈ। ਇਹ ਜਿਹੜੇ ਕੁਐਸਚਨ ਆ ਦੋਸਤੋ ਲਾਸਟ ਈਅਰ ਵੀ ਐਗਜ਼ਾਮ ਦੇ ਵਿੱਚ ਆ ਚੁੱਕੇ ਨੇ। ਇਹਨਾਂ ਦੇ ਵਿੱਚੋਂ ਕਈ ਕੁਐਸਚਨ ਰੂਟ 16 ਇਜ਼ ਅ ਡੈਸ਼ ਨੰਬਰ। ਵਰਗਮੂਲ 16 ਇੱਕ ਡੈਸ਼ ਸੰਖਿਆ ਹੈ, ਰੈਸ਼ਨਲ ਨੰਬਰ ਹੈ, ਪਰਿਮੇय ਸੰਖਿਆ ਹੈ। ਇਰਰੈਸ਼ਨਲ ਹੈ, ਅਪਰਿਮੇय ਹੈ। ਨਾ ਰੈਸ਼ਨਲ ਹੈ ਨਾ ਇਰਰੈਸ਼ਨਲ ਹੈ, ਪਰਿਮੇय ਵੀ ਨਹੀਂ ਅਪਰਿਮੇय ਵੀ ਨਹੀਂ, ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਉੱਤਰ ਨਹੀਂ। ਸੋ ਦੇਖੋ ਵਰਗਮੂਲ 16, ਮੈਂ ਇਰਰੈਸ਼ਨਲ ਨੰਬਰ ਬਾਰੇ ਕੀ ਪੜ੍ਹਿਆ ਹੈ ਕਿ ਜਾਂ ਤਾਂ ਉਹ ਨੰਬਰ ਜਿਨ੍ਹਾਂ ਦਾ ਸਾਨੂੰ ਅੰਡਰ ਰੂਟ ਨਹੀਂ ਪਤਾ, ਇਸ ਤਰ੍ਹਾਂ ਦੇ ਨੰਬਰ ਉਹ ਇਰਰੈਸ਼ਨਲ ਹੁੰਦੇ ਨੇ। ਪਰਿਮੇय ਹੁੰਦੇ ਨੇ P/Q ਰੂਪ ਵਾਲੇ। ਜਾਂ ਸਾਡੇ ਪਾਸ ਜਿਹੜੇ ਇਰਰੈਸ਼ਨਲ ਨੇ ਉਹਨਾਂ ਦੇ ਵਿੱਚ ਡੈਸੀਮਲ ਫਾਰਮ ਜਦੋਂ ਅਸੀਂ ਲਿਖਦੇ ਹਾਂ ਉਹ ਨੌਨ ਰਿਪੀਟੀਸ਼ਨ ਆਉਂਦੀ ਹੈ, ਰਿਪੀਟ ਨਹੀਂ ਹੁੰਦਾ ਡੈਸੀਮਲ ਇੱਥੇ ਤੋਂ ਬਾਅਦ ਜੋ ਨੰਬਰ ਨੇ। ਰੂਟ 16 ਇਹਨਾਂ ਦੇ ਵਿੱਚੋਂ ਕਿਸੇ ਟਾਈਪ ਦਾ ਬਣਦਾ, ਦੇਖਣ ਨੂੰ ਸਾਡੇ ਪਾਸ ਇਰਰੈਸ਼ਨਲ ਨੰਬਰ ਵਰਗਾ ਦਿਖਦਾ ਇਹ, ਪਰੰਤੂ ਅਸੀਂ ਉਹੀ ਨੰਬਰ ਲੈਂਦੇ ਹਾਂ ਜਿਹੜਿਆਂ ਦਾ ਰੂਟ ਸਾਨੂੰ ਨਹੀਂ ਪਤਾ। 16 ਦਾ ਅੰਡਰ ਰੂਟ ਸਾਨੂੰ ਪਤਾ ਹੈ, 16 ਦਾ ਅੰਡਰ ਰੂਟ ਕੀ ਹੁੰਦਾ ਹੈ 4, +- 4 ਲੈਂਦੇ ਹਾਂ ਵੈਸੇ ਅਸੀਂ, ਚਲੋ 4। ਤਾਂ ਦੇਖੋ 16 ਦਾ ਅੰਡਰ ਰੂਟ ਕਿੰਨਾ ਹੈ 4, ਤੇ 4 ਨੂੰ ਮੈਂ ਕੀ ਲਿਖ ਸਕਦਾ 4/1। ਤਾਂ 4/1 ਕੀ ਬਣਿਆ P/Q। ਦੈਟ ਮੀਨਸ ਰੂਟ 16 ਇੱਕ ਰੈਸ਼ਨਲ ਨੰਬਰ ਹੈ, ਪਰਿਮੇय ਸੰਖਿਆ ਹੈ। ਦੇਖਣ ਨੂੰ ਭਾਵੇਂ ਸਾਨੂੰ ਅਪਰਿਮੇय ਲੱਗਦੀ ਹੈ ਪਰ ਇਹ ਅਪਰਿਮੇय ਹੈ ਨਹੀਂ ਹੈ, ਇਰਰੈਸ਼ਨਲ ਹੈ ਨਹੀਂ ਹੈ, ਕੀ ਹੈ ਰੈਸ਼ਨਲ ਹੈ। ਕੁਐਸਚਨ ਨੰਬਰ 3 ਵੀ ਆਲਮੋਸਟ ਕੁਐਸਚਨ ਨੰਬਰ 2 ਵਰਗਾ ਹੈ। ਇਹਨਾਂ ਵਿੱਚੋਂ ਕਿਹੜੀ ਸੰਖਿਆ ਇਰਰੈਸ਼ਨਲ ਹੈ, ਅਪਰਿਮੇय ਹੈ। ਸੋ ਅਸੀਂ ਚੈੱਕ ਕਰਨਾ ਕਿ ਕਿਹੜੀ ਅਪਰਿਮੇय ਹੈ, ਫਾਈਂਡ ਕਰਨਾ ਹੈ, ਸਰਚ ਕਰਨਾ ਹੈ। 9 ਦਾ ਅੰਡਰ ਰੂਟ 3 ਹੁੰਦਾ ਹੈ, ਇਹਦਾ ਮਤਲਬ ਇਹ ਰੈਸ਼ਨਲ ਹੈ, 3/1 ਲਿਖ ਸਕਦੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ 12 ਦਾ ਅੰਡਰ ਰੂਟ ਸਾਨੂੰ ਨਹੀਂ ਪਤਾ, 3 ਦਾ ਅੰਡਰ ਰੂਟ ਨਹੀਂ ਪਤਾ, ਬਟ ਇਹ ਕੈਂਸਲ ਆਊਟ ਹੁੰਦੇ 3 1 ਇਜ਼ 3, 3 4 ਇਜ਼ 12। ਦੇਖੋ ਸਾਨੂੰ ਜਾਲ ਦੇ ਵਿੱਚ ਫਸਾਇਆ ਗਿਆ, ਕਨਫਿਊਜ਼ ਕੀਤਾ ਗਿਆ ਹੈ। ਸੋ 4 ਦਾ ਰੂਟ ਕੀ ਹੁੰਦਾ ਹੈ 2, ਇਹ ਵੀ 2/1 ਹੋ ਸਕਦੀ ਹੈ, ਰੈਸ਼ਨਲ ਹੈ। 12 ਦਾ ਰੂਟ ਸਾਨੂੰ ਨਹੀਂ ਪਤਾ ਕਿਉਂਕਿ 9 ਦਾ ਰੂਟ 3 ਹੁੰਦਾ ਹੈ, 16 ਦਾ ਰੂਟ 4, 100 ਦਾ ਅੰਡਰ ਰੂਟ ਵੀ ਕਿੰਨਾ ਹੁੰਦਾ ਹੈ 10। ਤਾਂ ਸਾਡੇ ਪਾਸ ਇੱਕ ਨੰਬਰ ਰਹਿ ਗਿਆ ਇਹ ਵਾਲਾ। ਸੋ ਇਹ ਕੀ ਹੈ, ਅਪਰਿਮੇय ਸੰਖਿਆ, ਕਿਉਂਕਿ 12 ਦਾ ਸਾਨੂੰ ਰੂਟ ਜਿਹੜਾ ਹੈ, ਅੰਡਰ ਰੂਟ ਜਿਹੜਾ ਨਹੀਂ ਪਤਾ ਹੈ। ਸੋ ਦਿਸ ਇਜ਼ ਅਪਰਿਮੇय, ਇਰਰੈਸ਼ਨਲ। ਕੁਐਸਚਨ ਨੰਬਰ 4, ਸੰਖਿਆ 2.6754 2.6754 ਕਿਹੜੀਆਂ ਦੋ ਸੰਖਿਆਵਾਂ ਦੇ ਵਿਚਕਾਰ ਹੈ, ਬਿਟਵੀਨ ਵਿਚ ਟੂ ਨੰਬਰਸ। ਇਹਨਾਂ ਦੇ ਵਿਚਕਾਰ ਆਣੀ ਚਾਹੀਦੀ ਹੈ। ਦੇਖੋ ਇਹ 0 ਹੈ, ਇਹ ਕਿੰਨਾ ਹੈ 2, ਤਾਂ ਦੇਖੋ 0 ਤਾਂ ਨਹੀਂ 2 ਦੇ ਵਿਚਕਾਰ ਆ ਸਕਦਾ, ਛੱਡ ਦੋ। ਇਹ ਕਿੰਨਾ ਹੈ 26, ਇਹਦੇ ਨਾਲ ਵੀ ਨਹੀਂ ਆ। ਦੇਖੋ ਇਹ ਤਾਂ 2 ਹੈ, ਇਹ ਇੱਥੇ 26 ਬਣ ਗਏ, ਇਹ ਨਹੀਂ ਆ ਸਕਦਾ। 2 ਪੁਆਇੰਟ ਤਾਂ ਦੇਖੋ ਦੋ ਆਪਸ਼ਨਾਂ ਸਾਡੀਆਂ ਕੱਟ ਗਈਆਂ, ਸਾਡੇ ਕੋਲ ਕੁਐਸਚਨ 50-50 ਹੋ ਗਿਆ, ਜਾਂ ਇਹ ਜਾਂ ਇਹ। 2.675 2.675 2.676 ਇੱਥੇ 5 ਹੈ। ਤਾਂ ਜਿਵੇਂ ਇਸ ਨੰਬਰ ਨੂੰ ਅੰਡਰਸਟੈਂਡ ਕਰਨਾ ਹੋਵੇ, ਇਹਦੇ ਵਿੱਚ 0 ਵਧਾਣੀ ਹੋਵੇ, ਪਿੱਛੇ 0 ਲਾ ਸਕਦੇ ਆਪਾਂ। ਇਹਦੇ ਵਿੱਚ ਆਲਰੇਡੀ 5 4 ਤੋਂ ਬਾਅਦ 0 ਹੈ, ਇਹ 5 ਅੱਖਰ ਨੇ। ਇਹਦੇ ਵਿੱਚ ਮੈਂ ਇਹ 4 ਵਾਲੇ ਅੱਖਰ ਬਣਾਏ ਨੇ, 4 4 2 2 6 7 5। ਦੇਖੋ 0 ਹੈ, ਇੱਥੇ 60 ਹੈ, ਇੱਕ ਤਰੀਕੇ ਨਾਲ ਪਿੱਛੇ 50 ਬਣਦਾ ਹੈ, ਇੱਥੇ 60 ਬਣਦਾ। ਇਹ ਕਿੰਨਾ ਹੈ 54 ਹੈ, 54 ਹੈ, ਤਾਂ ਇਹਦੇ ਵਿਚਕਾਰ ਆ ਰਿਹਾ ਹੈ। ਜੇ ਮੈਂ ਇਹਦੀ ਗੱਲ ਕਰਾਂ, ਦੇਖੋ ਇਹ 54 ਹੈ, 2.6, ਇਹ ਤਾਂ ਬਿਲਕੁਲ ਸੇਮ ਨੰਬਰ ਬਣ ਗਿਆ ਇੱਥੇ ਤੱਕ, ਇਹ ਵਾਲਾ। ਤੇ ਵਿਚਕਾਰ ਕਿਵੇਂ ਆਊਗੇ, ਤਾਂ ਸੇਮ ਹੈ। ਤੇ ਨੈਕਸਟ ਭਾਵੇਂ ਕੁਝ ਵੀ ਲਿਖਤਾ, ਇਹ ਵੀ ਸੇਮ ਹੀ ਇੱਥੇ ਤੱਕ 5 4 ਤੱਕ।
ਤਾਂ ਸੈਂਟਰ ਦੇ ਵਿੱਚ ਤਾਂ ਆ ਨਹੀਂ ਸਕਦਾ। ਇਹਨਾਂ ਦੇ ਵਿੱਚ ਫਰਕ ਹੈ, ਇਹ 550 6 ਤੱਕ ਹੈ, 6060 ਤਾਂ ਇਹ 54 ਵਿਚਕਾਰ ਆਏਗਾ ਇੱਥੇ ਕਿਤੇ। 2.675 0 ਤੋਂ ਬਾਅਦ 1 ਫਿਰ 2 ਫਿਰ 3 51 52 53 54 55 56 60 ਤੱਕ ਜਾਵਾਂਗੇ ਤਾਂ ਇਹ 54 ਹੈ, ਤਾਂ ਇਹਨਾਂ ਦੋ ਦੇ ਵਿਚਕਾਰ ਆ ਰਿਹਾ। ਸੋ ਰਾਈਟ ਆਪਸ਼ਨ ਕੀ ਹੈ ਸਾਡੀ, ਇਹ ਵਾਲੀ ਹੈ। ਦੋਸਤੋ ਇਹ ਵਾਲੇ ਜਿਹੜੇ ਕੁਐਸਚਨ ਨੇ ਲਾਸਟ ਈਅਰ ਵੀ ਤੁਹਾਡੇ ਗੂਗਲ ਕੁਇਜ਼ ਫਾਰਮ ਦੇ ਵਿੱਚ ਆ ਚੁੱਕੇ ਨੇ। ਸੋ ਬੜੇ ਹੀ ਧਿਆਨ ਦੇ ਨਾਲ ਐਂਡ ਤੱਕ ਇਹ ਤੁਸੀਂ ਵੀਡੀਓ ਨੂੰ ਦੇਖੋ ਤੇ ਸਾਰੇ ਕੁਐਸਚਨਸ ਨੂੰ ਨੋਟ ਕਰੋ, ਸਮਝੋ, ਤੇ ਜੋ ਵੀ ਤੁਹਾਡਾ ਟੈਸਟ ਹੋਣ ਜਾ ਰਿਹਾ ਉਹਦੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਸਫਲਤਾ ਹਾਸਲ ਕਰੋ, ਪੂਰੇ ਬਟਾ ਪੂਰੇ ਨੰਬਰ ਲਵੋ। ਹੇਠਾਂ ਲਿਖਿਆਂ ਵਿੱਚੋਂ ਕਿਹੜੀ ਦੋ ਪਦਾਂ ਵਾਲੀ 15 ਘਾਤੀ, ਦੋ ਕੰਡੀਸ਼ਨਸ ਨੇ, ਬਾਈਨੋਮੀਅਲ ਵੀ ਹੋਣੀ ਚਾਹੀਦੀ ਹੈ ਤੇ ਡਿਗਰੀ 15 ਵੀ ਹੋਣੀ ਚਾਹੀਦੀ ਹੈ। ਬਾਈਨੋਮੀਅਲ ਮੀਨਸ ਦੋ ਹਿੱਸੇ, ਤਾਂ ਇਹਦਾ ਤਾਂ ਹਿੱਸਾ ਹੀ ਇੱਕ ਹੈ, ਇਹ ਤਾਂ ਬਾਹਰ ਹੋ ਗਈ। ਇੱਕ ਹਿੱਸੇ ਵਾਲੀ ਨਹੀਂ ਲੈਣੀ ਅਸੀਂ, ਦੋ ਹਿੱਸੇ, ਇਹ 'ਚ ਦੋ ਨੇ, ਇਹ 'ਚ ਵੀ ਦੋ ਨੇ, ਇਹ 'ਚ ਵੀ ਦੋ ਨੇ। ਦੂਸਰੀ ਸ਼ਰਤ ਕੀ ਹੈ, ਡਿਗਰੀ 15, ਪਾਵਰ ਜਿਹੜੀ ਘਾਤ ਹੁੰਦੀ ਹੈ ਪਾਵਰ ਹੁੰਦੀ ਹੈ। ਇੱਥੇ ਘਾਤ x ਦੀ ਕਿੰਨੀ ਹੈ, 1, ਇੱਥੇ ਵੀ x ਦੀ ਘਾਤ ਕਿੰਨੀ ਹੈ, 1, ਇੱਥੇ x ਦੀ ਘਾਤ ਕਿੰਨੀ ਹੈ, 15। ਸੋ ਇਹ ਸਾਡਾ ਰਾਈਟ ਆਪਸ਼ਨ ਹੈ। ਇਹ ਦੋ ਹਿੱਸਿਆਂ ਦੀ ਹੈ, ਬਾਈਨੋਮੀਅਲ ਹੈ ਤੇ ਡਿਗਰੀ ਇਸ ਦੀ ਕਿੰਨੀ ਹੈ, 15, ਪਾਵਰ ਕਿੰਨੀ ਹੈ ਇਸ ਦੀ, 15, ਘਾਤ 15 ਹੈ। ਕੁਐਸਚਨ ਨੰਬਰ 6, x ਮਾਈਨਸ x ਦੀ ਘਾਤ 3 ਇੱਕ ਡੈਸ਼ ਬਹੁਪਦ ਹੈ, ਇਹ ਕਿੰਨੇ ਘਾਤੀ ਹੈ। ਤਾਂ ਦੋਸਤੋ ਜਿਹੜੀ ਘਾਤ ਹੁੰਦੀ ਹੈ, ਜਿਹੜੀ ਪਾਵਰ ਹੁੰਦੀ ਹੈ ਕਿਸੇ ਪੋਲੀਨੋਮੀਅਲ ਦੀ, ਉਹ x ਦੀ ਜਿਹੜੀ ਸਭ ਤੋਂ ਵੱਡੀ ਪਾਵਰ ਹੈ, ਮੀਨਸ ਫਸਟ ਪਰ ਨਹੀਂ ਅਸੀਂ ਦੇਖਣਾ, ਜਿਵੇਂ ਇੱਥੇ ਸਾਡੇ ਕੋਲ ਕੁਐਸਚਨ ਫਸਟ ਦੇ ਵਿੱਚ ਆ ਗਿਆ ਸੀ ਬਾਈ ਚਾਂਸ, ਅਸੀਂ ਸਭ ਤੋਂ ਵੱਡੀ ਪਾਵਰ ਦੇਖਣੀ ਹੈ। ਸੋ ਸਭ ਤੋਂ ਵੱਡੀ ਪਾਵਰ ਕਿੰਨੀ ਹੈ, x ਦੀ 3 ਹੈ, ਦੈਟ ਮੀਨਸ ਇਹ 3 ਘਾਤੀ ਹੋਇਆ, ਤੇ ਇੰਗਲਿਸ਼ ਦੇ ਵਿੱਚ ਅਸੀਂ 3 ਘਾਤੀ ਨੂੰ ਬੋਲਦੇ ਹਾਂ ਕਿਊਬਿਕ। ਸੋ ਸਾਡੀ ਰਾਈਟ ਆਪਸ਼ਨ ਕੀ ਹੈ, ਕਿਊਬਿਕ। ਤੁਹਾਨੂੰ ਐਗਜ਼ਾਮ ਦੇ ਵਿੱਚ ਕੁਆਡਰੈਟਿਕ ਵੀ ਪੁੱਛਿਆ ਜਾ ਸਕਦਾ ਹੈ, ਰੇਖੀ ਵੀ ਪੁੱਛਿਆ ਜਾ ਸਕਦਾ ਹੈ। ਰੇਖੀ ਦੇ ਵਿੱਚ ਪਾਵਰ 1 ਹੁੰਦੀ ਹੈ, x ਦੀ ਪਾਵਰ 1 ਹੋਵੇ ਸਭ ਤੋਂ ਛੋਟਾ। ਸੋ ਦੋ ਘਾਤੀ ਦੇ ਵਿੱਚ ਪਾਵਰ 2 ਹੁੰਦੀ ਹੈ। ਇਸ ਤੋਂ ਬਾਅਦ ਕੁਐਸਚਨ ਨੰਬਰ 7। ਦੋਸਤੋ ਵੀਡੀਓ ਦੇ ਵਿੱਚ ਕੁਝ ਕੁਐਸਚਨ ਤੁਹਾਡੀ ਮੈਮਰੀ ਦੇ ਬੇਸਡ ਨੇ, ਕੁਝ ਅੰਡਰਸਟੈਂਡਿੰਗ ਦੇ ਬੇਸਡ ਨੇ, ਕੁਝ ਤੁਹਾਡੀ ਕਿ ਤੁਸੀਂ ਜੋ ਕਨਸੈਪਟ ਹੈ ਉਸ ਨੂੰ ਅਪਲਾਈ ਕਰ ਸਕਦੇ ਹੋ, ਨਹੀਂ ਕਰ ਸਕਦੇ, ਐਪਲੀਕੇਸ਼ਨ ਦੇ ਬੇਸਡ ਨੇ। ਸੋ ਹਰ ਤਰ੍ਹਾਂ ਦਾ ਕੁਐਸਚਨ ਅਸੀਂ ਲੈ ਕੇ ਤੁਹਾਡੇ ਵਾਸਤੇ ਆਏ ਹਾਂ ਇੱਥੇ। ਸੋ ਕੁਐਸਚਨ ਨੰਬਰ 7, ਬਹੁਪਦ fx is equal to 3x plus 2 ਦੀ ਸਿਫਰ ਹੈ, ਜ਼ੀਰੋ ਆਫ ਦਾ ਪੋਲੀਨੋਮੀਅਲ। ਤਾਂ ਅਸੀਂ ਸਿਫਰ ਕੀ ਹੈ ਕਿ ਜਦੋਂ ਅਸੀਂ ਇਹਦੇ ਵਿੱਚ ਕੋਈ x ਦੀ ਵੈਲਿਊ ਪੁੱਟ ਕਰੀਏ, ਆਨਸਰ ਕੀ ਬਣ ਜਾਵੇ, ਸਿਫਰ ਬਣ ਜਾਵੇ, ਜ਼ੀਰੋ ਬਣ ਜਾਵੇ। ਮੀਨਸ ਟੂ ਸੇ ਮੈਂ ਇੱਕ ਐਸਾ x ਲੱਭਣਾ ਜਦੋਂ ਮੈਂ 3x plus 2 ਦੇ ਵਿੱਚ ਪੁੱਟ ਕਰਾਂ ਤੇ ਆਨਸਰ ਕੀ ਆ ਜੇ, ਜ਼ੀਰੋ ਆ ਜੇ। ਇਹ ਕੀ ਬਣ ਜਾਵੇ, ਜ਼ੀਰੋ ਬਣ ਜਾਵੇ, ਤਾਂ ਮੈਂ x ਫਾਈਂਡ ਕਰਨਾ। ਸੋ x ਇਜ਼ ਇਕੁਅਲ ਟੂ, ਦੇਖੋ ਜ਼ਿਆਦਾ ਸੋਲਵ ਕਰਨ ਦੀ ਲੋੜ ਨਹੀਂ ਹੈ, 3 into x ਹੈ ਇਜ਼ ਇਕੁਅਲ ਟੂ -2, ਤਾਂ ਆਨਸਰ -2 ਦੇ ਵਿੱਚ ਆ ਰਿਹਾ, -2 ਉੱਪਰ ਆਉਣਾ ਚਾਹੀਦਾ, ਤਾਂ -2 x ਇਜ਼ ਇਕੁਅਲ ਟੂ -2/3। ਪਹਿਲੀ ਗੱਲ ਤਾਂ ਮਾਈਨਸ ਵਾਲਾ ਆਨਸਰ ਚਾਹੀਦਾ, ਇਹ ਪੋਸੀਬਲ ਨਹੀਂ, ਇਹ ਪੋਸੀਬਲ ਨਹੀਂ, ਦੋ ਰਹਿ ਗਏ, -2 ਉੱਪਰ ਆ ਰਿਹਾ, 3 ਨੀਚੇ ਆਉਣਾ ਚਾਹੀਦਾ, ਤਾਂ ਇਹ ਸਾਡਾ ਆਨਸਰ ਹੋ ਗਿਆ। ਸਿਫਰ ਕੀ ਹੋਊਗੀ ਸਾਡੀ, x ਇਜ਼ ਇਕੁਅਲ ਟੂ -2/3। ਇਸ ਦੇ ਬੇਸਡ ਇੱਕ ਕੁਐਸਚਨ 100% ਕਨਫਰਮ ਹੈ ਟੈਸਟ ਦੇ ਵਿੱਚ। ਇਹ ਬੜਾ ਅੰਡਰਸਟੈਂਡਿੰਗ ਵਾਲਾ ਕੁਐਸਚਨ ਹੈ। x ਧੁਰੇ ਤੋਂ ਇੱਕ ਬਿੰਦੂ -2,0 ਦੀ ਦੂਰੀ ਡੈਸ਼ ਇਕਾਈ ਹੈ। x ਧੁਰੇ ਤੋਂ ਦੇਖੋ ਇੱਕ ਬਿੰਦੂ ਹੈ ਸਾਡੇ ਪਾਸ ਇਸ ਤਰ੍ਹਾਂ ਹੁੰਦਾ ਹੈ, x ਐਕਸਿਸ y ਐਕਸਿਸ, ਜਿਹੜਾ ਪੁਆਇੰਟ ਹੈ ਇਹ -2,0, ਤਾਂ x ਵੱਲ -2 ਜਾਣਾ, -1 -2 ਇੱਥੇ ਆ ਗਏ ਸੀ, ਉੱਪਰ ਥੱਲੇ ਜਾਣਾ ਨਹੀਂ ਕਿਉਂਕਿ y ਕਿੰਨਾ 0, ਤਾਂ ਇਹ ਪੁਆਇੰਟ ਬਣ ਗਿਆ ਸਾਡਾ -2,0। ਤੇ ਸਾਨੂੰ ਪੁੱਛਿਆ ਕੀ ਹੈ, ਪੁੱਛਿਆ ਹੈ x ਧੁਰੇ ਤੋਂ ਦੂਰੀ, ਡਿਸਟੈਂਸ ਫਰੋਮ x ਐਕਸਿਸ। ਦੇਖੋ ਇਹ x ਐਕਸਿਸ ਹੈ, ਇਸ ਲਾਈਨ ਤੋਂ ਇਹ ਪੁਆਇੰਟ ਕਿੰਨਾ ਦੂਰ ਹੈ, ਦੇਖੋ ਇਹ ਤਾਂ ਲਾਈਨ ਦੇ ਉੱਪਰ ਹੀ ਹੈ, ਦੂਰ ਤਾਂ ਗਿਆ ਹੀ ਨਹੀਂ ਹੈ। ਸੋ ਇਹਦੀ ਦੂਰੀ ਕਿੰਨੀ ਹੋਈ, 0। ਜਦੋਂ ਕਦੇ ਵੀ ਕਿਸੇ ਬਿੰਦੂ ਦੀ x ਧੁਰੇ ਤੋਂ ਦੂਰੀ ਪੁੱਛੀ ਜਾਊਗੀ ਤਾਂ ਅਸੀਂ ਉਸ ਦਾ y ਕੋਆਰਡੀਨੇਟ ਲਿਖਾਂਗੇ, ਜਦੋਂ y ਧੁਰੇ ਤੋਂ ਦੂਰੀ ਪੁੱਛੀ ਜਾਊਗੀ ਤਾਂ ਅਸੀਂ ਉਸ ਦਾ x ਕੋਆਰਡੀਨੇਟ ਲਿਖਣਾ ਹੈ। ਮੈਂ ਫਿਰ ਤੋਂ ਦੱਸ ਦਿੰਦਾ ਹੈ, ਜਦੋਂ y ਧੁਰੇ ਦੀ ਦੂਰੀ ਪਤਾ ਕਰਨੀ ਹੈ ਤਾਂ y ਧੁਰੇ ਤੋਂ ਦੂਰੀ ਕਿੰਨੀ ਹੈ, ਇਹ ਹੈ, ਮੀਨਸ x ਕਿੰਨਾ ਸਾਡੇ ਪਾਸ ਇੱਥੇ -2 ਹੈ, ਤਾਂ ਦੂਰੀ ਕਿੰਨੀ ਹੋਈ, ਲਗਭਗ -2 ਜਾਂ 2 ਕਹਿ ਸਕਦੇ ਹਾਂ ਅਸੀਂ, ਜੇ ਅਸੀਂ ਇਹਦੀ ਐਬਸੋਲੂਟ ਵੈਲਿਊ ਲੈਣੀ ਹੈ। ਜੇ ਅਸੀਂ x ਧੁਰੇ ਤੋਂ ਲੈਣੀ ਹੈ ਦੂਰੀ ਤਾਂ ਉੱਪਰ ਵਾ ਨੀਚੇ ਵੱਲ ਜਾਵਾਂਗੇ, ਮੀਨਸ y ਕੋਆਰਡੀਨੇਟ ਕਿੰਨਾ ਹੈ ਤੁਹਾਡਾ, ਕੋਟੀ ਕਿੰਨੀ ਹੈ, ਤਾਂ ਇੱਥੇ ਕਿੰਨਾ ਸਾਡੇ ਪਾਸ 0 ਹੈ, ਤਾਂ ਇਹਦੀ ਦੂਰੀ ਕਿੰਨੀ ਹੋਈ, 0। ਇੱਕ ਕੁਐਸਚਨ ਕਨਫਰਮ ਹੈ। ਕੁਐਸਚਨ ਨੰਬਰ 9, ਬਿੰਦੂ -3, -2 ਕਿਸ ਚੌਥਾਈ ਵਿੱਚ ਸਥਿਤ ਹੈ। ਦ ਪੁਆਇੰਟ -3 -2 ਲਾਈਜ਼ ਇਨ ਵਿਚ ਕੁਆਡਰੈਂਟ। ਤਾਂ ਦੇਖੋ ਇਹਨੂੰ ਗ੍ਰਾਫ ਦੇ ਉੱਪਰ ਲਗਾ ਕੇ ਦੇਖਣ ਦੀ ਲੋੜ ਨਹੀਂ ਹੈ, ਸਿਰਫ ਇੱਕ ਰਫ ਬਣਾਉਣਾ ਆਪਾਂ ਨੇ। x ਪਲੱਸ ਦਾ ਹੁੰਦਾ, x ਇੱਧਰ ਮਾਈਨਸ ਹੁੰਦਾ, y ਇੱਧਰ ਪਲੱਸ ਹੁੰਦਾ, y ਇੱਧਰ ਮਾਈਨਸ ਹੁੰਦਾ, ਤਾਂ ਅਸੀਂ ਚੈੱਕ ਕਰਨਾ ਕਿ ਦੋਨੋਂ ਮਾਈਨਸ ਨੇ, ਇਹ ਦੋਨੋਂ ਮਾਈਨਸ, ਇਹਨੂੰ ਅਸੀਂ ਫਸਟ ਕੁਆਡਰੈਂਟ ਕਹਿੰਦੇ ਹਾਂ, ਇਸ ਨੂੰ ਸੈਕੰਡ ਬੋਲਦੇ ਹਾਂ, ਕਿੰਨਾ ਸਾਡਾ ਥਰਡ। ਦੋਨੋਂ ਸਾਈਡ ਦੇਖੋ ਇਹ ਇੱਥੇ ਕਵਰ ਕਰਦਾ ਇਸ ਨੂੰ, ਦੋਨੋਂ ਨੈਗੇਟਿਵ ਨੇ ਇੱਥੇ,
ਤਾਂ ਸਾਡਾ ਰਾਈਟ ਆਂਸਰ ਕੀ ਹੋਇਆ, ਥਰਡ ਕੁਆਡਰੈਂਟ। ਪੁਆਇੰਟ ਨੂੰ ਕਿਤੇ ਗ੍ਰਾਫ ਦੇ ਉੱਪਰ ਲਗਾਉਣ ਦੀ ਲੋੜ ਨਹੀਂ ਹੈ, ਸਿਰਫ ਤੁਸੀਂ ਓਰਲ ਇਸ ਤਰ੍ਹਾਂ ਲਾਈਨਸ ਲਗਾ ਕੇ ਚੈੱਕ ਕਰ ਸਕਦੇ ਹੋ ਕਿ ਕਿਸ ਕੁਆਡਰੈਂਟ ਦੇ ਵਿੱਚ ਹੈ। ਸੋ ਨੈਕਸਟ ਹੈ ਕੁਐਸਚਨ ਨੰਬਰ 10, ਘੱਟ ਤੋਂ ਘੱਟ ਕਿੰਨੇ ਬਿੰਦੂਆਂ ਨਾਲ ਇੱਕ ਵਿਲੱਖਣ ਰੇਖਾ ਖਿੱਚੀ ਜਾ ਸਕਦੀ ਹੈ। ਕਿੰਨੇ ਬਿੰਦੂ ਚਾਹੀਦੇ ਨੇ ਜਿਸ ਦੇ ਨਾਲ ਅਸੀਂ ਇੱਕ ਰੇਖਾ ਖਿੱਚ ਸਕਦੇ ਹਾਂ। ਆਮ ਕਰਕੇ ਸਟੂਡੈਂਟ ਜਵਾਬ ਦਿੰਦੇ ਨੇ 1, ਕਿ ਜੀ ਇਸ ਪੁਆਇੰਟ ਦੇ ਵਿੱਚ ਨੂੰ ਮੈਂ ਲਾਈਨ ਡਰਾਅ ਕਰ ਸਕਦਾ। ਬਟ ਵਿਲੱਖਣ, ਯੂਨੀਕ, ਦੇਖੋ ਦੂਸਰਾ ਸਟੂਡੈਂਟ ਕਹੂਗਾ ਮੈਂ ਇੱਧਰ ਨੂੰ ਖਿੱਚ ਸਕਦਾ, ਤਾਂ ਯੂਨੀਕ ਤਾਂ ਰਹੀ। ਤੀਜਾ ਕਹੂਗਾ ਮੈਂ ਇੱਧਰ ਨੂੰ ਖਿੱਚ ਸਕਦਾ, ਤਾਂ ਯੂਨੀਕ ਖਿੱਚਣੀ ਹੈ। ਇਹਦੇ ਵਿੱਚ ਸ਼ਬਦ ਯੂਨੀਕ ਹੈ, ਨਾਲ ਵਿਲੱਖਣ ਸ਼ਬਦ ਹੈ। ਰੇਖਾ ਤਾਂ ਅਸੀਂ ਇੱਕ ਬਿੰਦੂ ਦੇ ਵਿੱਚ ਨੂੰ ਵੀ ਖਿੱਚ ਦਾਂਗੇ, ਬਟ ਯੂਨੀਕ ਕਿਸ ਤਰ੍ਹਾਂ ਹੋਊਗੀ ਉਹ, ਤਾਂ ਸਿਰਫ 2 ਬਿੰਦੂਆਂ ਦੀ ਮਦਦ ਦੇ ਨਾਲ। ਦੇਖੋ ਇਹ 2 ਬਿੰਦੂ ਲਾਤੇ, ਮੈਂ ਕਹਾਂਗਾ ਕਿ ਲਾਈਨ ਡਰਾਅ ਕਰੋ, ਤਾਂ ਤੁਸੀਂ ਲਾਈਨ ਇੱਥੇ ਹੀ ਡਰਾਅ ਕਰ ਸਕਦੇ ਹੋ ਇਹਦੇ ਵਿੱਚ ਨੂੰ ਜਾਂਦੀ। ਦੂਸਰਾ ਸਟੂਡੈਂਟ ਵੀ ਇੱਥੇ ਲਾਈਨ ਡਰਾਅ ਕਰੂਗਾ, ਕਿਸੇ ਹੋਰ ਪਾਸੇ ਡਰਾਅ ਨਹੀਂ ਕਰ ਸਕਦਾ। ਸੋ ਸਾਨੂੰ ਮਿਨੀਮਮ 2 ਪੁਆਇੰਟਸ ਚਾਹੀਦੇ ਨੇ ਇੱਕ ਯੂਨੀਕ ਲਾਈਨ ਡਰਾਅ ਕਰਨ ਵਾਸਤੇ। ਇਸ ਸ਼ਬਦ ਦੇ ਉੱਪਰ ਫੋਕਸ ਰੱਖਣਾ ਹੈ, ਵਿਲੱਖਣ, ਯੂਨੀਕ। ਇਕੱਲੀ ਸਟਰੇਟ ਲਾਈਨ ਡਰਾਅ ਕਰਨੀ ਹੈ ਤਾਂ ਇੱਕ ਪੁਆਇੰਟ ਦੇ ਵਿੱਚ ਨੂੰ ਵੀ ਕੱਢ ਦਾਂਗੇ, ਕੋਈ ਇਸ਼ੂ ਨਹੀਂ ਹੈ, ਕਿਤੇ ਵੀ ਕੱਢ ਦਾਂਗੇ ਅਸੀਂ। ਕੋਈ ਪੁਆਇੰਟ ਨਾ ਵੀ ਦਿੱਤਾ ਹੋਵੇ ਤਾਂ ਵੀ ਡਰਾਅ ਕਰ ਦਾਂਗੇ, ਬਟ ਜੇ ਵਿਲੱਖਣ ਖਿੱਚਣੀ ਹੈ ਤਾਂ 2 ਪੁਆਇੰਟ ਚਾਹੀਦੇ ਨੇ। ਕੁਐਸਚਨ ਨੰਬਰ 11, 1/1 + √2 ਦਾ ਮੁੱਲ ਕੀ ਹੋਏਗਾ। ਫਾਈਂਡ ਦਾ ਵੈਲਿਊ ਆਫ 1/1 + √2। ਜਿਹੜਾ ਕੁਐਸਚਨ ਹੈ ਦੋਸਤੋ ਤੁਹਾਨੂੰ ਸੈਕਸ਼ਨ 2 ਦੇ ਵਿੱਚ ਆਏਗਾ, 2 ਮਾਰਕਸ ਦਾ ਹੋਏਗਾ ਇਹ 100%। ਹਰ ਵਾਰ ਫਾਈਨਲ ਐਗਜ਼ਾਮ ਦੇ ਵਿੱਚ ਵੀ ਜ਼ਰੂਰ ਆਉਂਦਾ ਇਹ, 4 ਮਾਰਕਸ ਦਾ ਆਉਂਦਾ ਹੈ। ਸੋ ਇਸ ਦਾ ਰੈਸ਼ਨਲਾਈਜ਼ ਕਰਨਾ ਪਏਗਾ ਸਾਨੂੰ ਹਰ ਨੂੰ, ਡਿਨੋਮੀਨੇਟਰ ਨੂੰ, ਜਿਹੜਾ ਸਾਡਾ ਡਿਨੋਮੀਨੇਟਰ ਉਸਨੂੰ ਰੈਸ਼ਨਲਾਈਜ਼ ਕਰਨਾ ਪਏਗਾ ਹਰ ਦਾ ਪ੍ਰਮੇਯੀਕਰਨ 1/1 + √2। ਤੇ ਹਰ ਦੇ ਪ੍ਰਮੇਯੀਕਰਨ ਵਾਸਤੇ ਅਸੀਂ ਬਿਲਕੁਲ ਸੇਮ ਨੰਬਰ ਨੂੰ ਆਪੋਜ਼ਿਟ ਦੇ ਨਾਲ ਮਲਟੀਪਲਾਈ ਕਰਨਾ, ਸਾਈਨ ਆਪੋਜ਼ਿਟ ਹੋਣਾ ਚਾਹੀਦਾ। ਸੋ ਉੱਪਰ ਤਾਂ ਸਾਡੇ ਪਾਸ 1 - √2 ਆ ਗਿਆ। ਦੇਖੋ 1 - √2 ਇਹ ਤਾਂ ਨਹੀਂ ਹੋ ਸਕਦਾ, ਪਲੱਸ ਤਾਂ ਕਿਸੇ ਵੀ ਹਾਲਤ 'ਚ ਨਹੀਂ ਹੋ ਸਕਦਾ, ਆਪੋਜ਼ਿਟ ਸਾਈਨ ਆਉਣਾ ਹੈ। ਨੀਚੇ ਸਾਡੇ ਪਾਸ ਬਣਦਾ ਹੈ a² - b², ਹਮੇਸ਼ਾ ਹੀ a + b ਹੈ, a - b ਹੈ, ਤਾਂ ਇਸ ਦਾ ਫਾਰਮੂਲਾ ਕੀ ਹੁੰਦਾ ਸਾਡੇ ਪਾਸ, a² - b², ਦੈਟ ਮੀਨਸ 1² - √2 ਦਾ ਸਕੁਅਰ। ਸੋ 1 - 2 ਆਂਸਰ ਕੀ ਹੋਊਗਾ, -1, ਨੀਚੇ ਆਣਾ -1। ਸੋ ਜਦੋਂ ਇਹ ਵਾਲਾ ਮਾਈਨਸ ਉੱਪਰ ਜਾਏਗਾ ਤਾਂ ਇਹਦੇ ਸਾਈਨ ਕੀ ਹੋ ਜਾਣਗੇ, ਚੇਂਜ ਹੋ ਜਾਣਗੇ। 1 ਕਾਹਦਾ ਬਣ ਜਾਊਗਾ, ਮਾਈਨਸ ਦਾ, ਤੇ √2 ਕੀ ਬਣ ਜਾਊਗਾ, ਪਲੱਸ ਦਾ। ਤਾਂ ਦੇਖਣ ਨੂੰ ਸਾਡਾ ਆਂਸਰ ਇਹ ਲੱਗ ਰਿਹਾ ਸੀ ਕਿ ਜੀ 1 - √2, ਬਟ ਸਾਡਾ ਆਂਸਰ ਕੀ ਬਣ ਗਿਆ, √2 - 1। √2 ਦੇ ਅੱਗੇ ਪਲੱਸ ਦਾ ਸਾਈਨ ਹੈ, 1 ਦੇ ਅੱਗੇ ਮਾਈਨਸ ਦਾ। ਸਾਡੀ ਰਾਈਟ ਆਪਸ਼ਨ ਕੀ ਹੈ, ਆਪਸ਼ਨ ਸੀ, √2 - 1। ਇਹ ਪੱਕਾ 2 ਨੰਬਰ ਦਾ ਜਿਹੜਾ ਤੁਹਾਡਾ ਸੈਕਸ਼ਨ ਬੀ ਹੈ ਉਹਦੇ ਵਿੱਚ ਜ਼ਰੂਰ ਇੱਕ ਕੁਐਸਚਨ ਤੁਹਾਨੂੰ ਮਿਲੇਗਾ। ਕੁਐਸਚਨ ਨੰਬਰ 12, ਹੇਠਾਂ ਲਿਖਿਆਂ ਵਿੱਚੋਂ ਕਿਸ ਵਾਸਤਵਿਕ ਸੰਖਿਆ ਦਾ ਮੁੱਲ 2 ਅਤੇ 2.5 ਦੇ ਵਿਚਕਾਰ ਹੈ। ਵਿਚ ਆਫ ਦਾ ਫੋਲੋਇੰਗ ਰੀਅਲ ਨੰਬਰ ਲਾਈਜ਼ ਬਿਟਵੀਨ 2 and 2.5। ਇਹ ਅੰਡਰਸਟੈਂਡਿੰਗ ਦਾ ਕੁਐਸਚਨ ਹੈ। ਦੇਖੋ ਇਹ 3 ਹੈ, 3 ਗੁਣਾ ਕੁਛ ਹੋ ਰਿਹਾ ਹੈ, ਇਹ ਵੀ 3 ਗੁਣਾ ਕੁਛ ਹੋ ਰਿਹਾ, 3 3 9, ਕਿਉਂਕਿ 9 ਦਾ ਜਦੋਂ ਅਸੀਂ ਅੰਡਰ ਰੂਟ ਲਾਵਾਂਗੇ 3 ਆਊਗਾ, 3 × 3 = 9। ਸੋ ਇਹ ਤਾਂ 9 ਹੈ, ਇਹ ਸਾਨੂੰ ਕਿੰਨਾ 2, ਇਹ ਤਾਂ ਨਹੀਂ ਪੋਸੀਬਲ ਹੈਗਾ। ਇਹ ਵੀ 3 ਹੈ, ਦੇਖੋ 7 ਦਾ ਅੰਡਰ ਰੂਟ, 7 ਦਾ ਅੰਡਰ ਰੂਟ ਘੱਟੋ ਘੱਟ ਇਹ 2 ਤੋਂ ਵੱਡਾ ਹੋਊਗਾ, 2 ਪੁਆਇੰਟ ਸਮਥਿੰਗ ਹੋਊਗਾ, ਤੇ 3 ਨੂੰ ਜਦੋਂ ਅਸੀਂ 2 ਨਾਲ ਮਲਟੀਪਲਾਈ ਕਰਾਂਗੇ 6 ਆ ਜਾਊਗਾ ਲਗਭਗ। 11 ਦਾ ਅੰਡਰ ਰੂਟ, ਦੇਖੋ 9 ਦਾ ਅੰਡਰ ਰੂਟ ਕਿੰਨਾ ਹੁੰਦਾ, 3, ਤਾਂ 11 ਦਾ ਜਿਹੜਾ ਅੰਡਰ ਰੂਟ ਆ 3 ਤੋਂ ਵੱਡਾ ਹੋਊਗਾ ਨਾ, ਮੀਨਸ ਇਹ 2 ਨਹੀਂ ਹੋ ਸਕਦਾ। ਤਾਂ ਰਹੇਗਾ ਸਾਡੇ ਪਾਸ √5। ਜਿਹੜਾ √5 ਹੈ, ਦੇਖੋ 4 ਦਾ ਅੰਡਰ ਰੂਟ ਕਿੰਨਾ ਹੁੰਦਾ, 2, 9 ਦਾ ਅੰਡਰ ਰੂਟ ਕਿੰਨਾ ਸਾਡੇ ਪਾਸ 3, ਤਾਂ 2 ਤੇ 3, ਦੇਖੋ 2 ਤੇ 2.5 ਦੇ ਵਿਚਕਾਰ ਚਾਹੀਦਾ, ਤਾਂ ਇੱਕੋ ਵੈਲਿਊ ਰਹਿ ਗਈ ਸਾਰਿਆਂ ਦੇ ਵਿੱਚੋਂ, √5। ਇਹ 2 ਪੁਆਇੰਟ ਸਮਥਿੰਗ ਹੋਊਗਾ ਸਾਡੇ ਪਾਸ ਆਂਸਰ। ਤਾਂ 2 ਪੁਆਇੰਟ ਸਮਥਿੰਗ ਮੀਨਸ 2 ਤੇ 2.5 ਦੇ ਵਿਚਕਾਰ ਆਊਗਾ, ਤਾਂ ਸਾਡੀ ਰਾਈਟ ਆਪਸ਼ਨ ਕੀ ਹੋਊਗੀ, ਅੰਡਰ √5। ਕੋਆਰਡੀਨੇਟਸ ਆਫ ਓਰੀਜਨ ਆਰ, ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਨੇ। ਹਰ ਵਾਰ ਈਵਨ 10th ਕਲਾਸ ਦੇ ਵਿੱਚ ਵੀ 1 ਮਾਰਕ ਕੁਐਸਚਨ ਹਮੇਸ਼ਾ ਆਉਂਦਾ ਹੈ, ਬੋਰਡ ਐਗਜ਼ਾਮ ਦੇ ਵਿੱਚ ਵੀ ਆਉਂਦਾ ਹੈ। ਸੋ 1 ਮਾਰਕ ਕੁਐਸਚਨ ਹੈ ਸਾਡੇ ਪਾਸ, ਮੂਲ ਬਿੰਦੂ ਦੇ ਨਿਰਦੇਸ਼ ਅੰਕ। ਮੂਲ ਬਿੰਦੂ ਕਿੱਥੇ ਹੁੰਦਾ, ਬਿਲਕੁਲ ਸੈਂਟਰ ਇੱਥੇ। ਜਦੋਂ ਅਸੀਂ ਐਕਸ ਐਕਸਿਸ ਤੇ ਵਾਈ ਐਕਸਿਸ ਬਣਾਉਂਦੇ ਹਾਂ ਤਾਂ ਇੱਥੋਂ ਅਸੀਂ ਸਟਾਰਟ ਕਰਦੇ ਹਾਂ, ਨਾ ਅਸੀਂ ਲੈਫਟ ਗਏ ਹਾਂ, ਨਾ ਅਸੀਂ ਰਾਈਟ ਗਏ ਹਾਂ, ਨਾ ਅਸੀਂ ਅਪ ਗਏ ਹਾਂ, ਨਾ ਅਸੀਂ ਡਾਊਨ ਗਏ ਹਾਂ, ਇੱਥੇ ਸਟੇਬਲ ਖੜੇ ਹਾਂ ਬਿਲਕੁਲ ਸੈਂਟਰ 'ਚ। ਮੀਨਸ ਕਿਸੇ ਪਾਸੇ ਵੀ ਅਸੀਂ ਮੂਵ ਨਹੀਂ ਹੋਏ, ਨਾ ਐਕਸ ਐਕਸਿਸ ਵੱਲ ਮੂਵ ਹੋਏ ਨਾ ਵਾਈ ਵੱਲ। ਤਾਂ ਇਹਦੇ ਸਾਡੇ ਕੋਆਰਡੀਨੇਟਸ ਕੀ ਨੇ, 0,0। ਇਹ ਤੁਹਾਡੇ ਮੈਮਰੀ ਦਾ ਕੁਐਸਚਨ ਹੈ, ਤੁਹਾਨੂੰ ਯਾਦ ਹੋਣਾ ਚਾਹੀਦਾ ਵੈਸੇ। 1,1 1,0 ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਹੈ। ਕੁਐਸਚਨ ਨੰਬਰ 14, 16^3/4 ਦਾ ਮੁੱਲ ਕੀ ਹੋਵੇਗਾ। ਦਾ ਵੈਲਿਊ ਆਫ 16^3/4। ਸੋ ਤੁਹਾਨੂੰ ਇਹ ਜਿਹੜਾ ਸੋਲਵ ਕਰਨਾ ਪਏਗਾ, ਜੋ ਤੁਹਾਡੇ ਪਾਸ ਇਹ ਵਾਲੀ ਪਾਵਰ ਹੈ ਡਿਨੋਮੀਨੇਟਰ ਦੇ ਵਿੱਚ ਹੈ,
ਫ੍ਰੈਕਸ਼ਨ ਹੈ 3/4, ਤੁਹਾਨੂੰ 16 ਦੇ ਇੰਨੇ ਪਾਰਟਸ ਕਰਨੇ ਪੈਣਗੇ ਤਾਂ ਕਿ ਇਹ ਵਾਲੀ ਜਿਹੜੀ ਪਾਵਰ ਆ ਕੈਂਸਲ ਹੋ ਜਾਏ। ਜੇ ਇੱਥੇ 5 ਹੈ ਤਾਂ ਅਸੀਂ ਇਹਦੇ 5 ਪਾਰਟ ਕਰਾਂਗੇ, ਜੇ ਇੱਥੇ ਪਾਵਰ 6 ਹੈ ਤਾਂ ਅਸੀਂ ਇਹਦੇ 6 ਪਾਰਟਸ ਕਰਾਂਗੇ, ਜਿੰਨੀ ਪਾਵਰ ਹੈ। ਜੇ ਇੱਥੇ 2 ਹੁੰਦਾ ਤਾਂ ਅਸੀਂ 2 ਪਾਰਟ ਕਰਦੇ। 16 ਦੇ ਅਸੀਂ 4 ਹਿੱਸੇ ਕਰਨੇ ਨੇ। ਕਿਸ ਤਰ੍ਹਾਂ ਤੋੜ ਸਕਦੇ ਹਾਂ? 4 ਚੌਕੇ 16 ਤਾਂ ਕਰ ਸਕਦੇ ਸੀ, ਪਰ ਇਹਦਾ 2 ਹਿੱਸੇ ਹੋਏ। ਇਹਨੂੰ ਫਰਦਰ ਤੋੜ ਸਕਦੇ ਹਾਂ। 2 ਦੂਣੀ 4, 2 ਦੂਣੀ 4, 4 ਦੂਣੀ 8 ਦੂਣੀ 16 ਮੀਨਸ ਜਿਹੜਾ 16 ਹੈ ਉਸਨੂੰ ਅਸੀਂ ਇਸ ਤਰ੍ਹਾਂ ਬ੍ਰੇਕਅਪ ਕਰ ਸਕਦੇ ਹਾਂ 4 ਪਾਰਟਸ ਦੇ ਵਿੱਚ। ਤੇ ਸਾਨੂੰ ਚਾਹੀਦੇ ਵੀ ਕਿੰਨੇ? 4 ਹੀ ਚਾਹੀਦੇ ਆ। ਰੇਜ਼ ਟੂ ਪਾਵਰ 3/4 2 ਮਾਰਕਸ ਦੇ ਵਿੱਚ ਆਊਗਾ ਸੈਕਸ਼ਨ ਬੀ ਦੇ ਵਿੱਚ। 2 ਰੇਜ਼ ਟੂ ਪਾਵਰ 4 ਹੋਲ ਰੇਜ਼ ਟੂ ਪਾਵਰ 3/4, ਸੋ 4 ਕੱਟ ਜਾਏਗਾ। 2 ਦੀ ਪਾਵਰ ਕਿੰਨੀ ਰਹੇਗੀ? 3 ਮੀਨਸ 2 ਨੂੰ 3 ਵਾਰ ਗੁਣਾ ਕਰਨਾ ਪੈਣਾ ਸਾਨੂੰ। 2 ਦੂਣੀ 4 ਦੂਣੀ 8। ਰਾਈਟ ਆਂਸਰ ਕੀ ਹੈ? 8 ਹੈ। ਸੋ ਇਸ ਗੱਲ ਦਾ ਧਿਆਨ ਰੱਖਣਾ ਕਿ ਜੋ ਫ੍ਰੈਕਸ਼ਨਲ ਪਾਵਰ ਹੈ ਉਸਦਾ ਜੋ ਡਿਨੋਮੀਨੇਟਰ ਹੈ ਅਸੀਂ ਉਨੇ ਹੀ ਪੇਅਰ ਬਣਾਉਣੇ ਨੇ, ਉਨੇ ਹੀ ਪਾਰਟਸ ਕਰਨੇ ਨੇ ਇਸ ਨੰਬਰ ਦੇ। ਜੇ ਇੱਥੇ 4 ਹੈ ਤਾਂ ਅਸੀਂ 4 ਪਾਰਟ ਕੀਤੇ ਨੇ। ਸਪੋਜ਼ ਇੱਥੇ 3/2 ਹੁੰਦਾ ਤਾਂ ਮੈਂ 4 × 4 ਲੈਂਦਾ, 2 ਹੀ ਪਾਰਟ ਕਰਦਾ ਇਸ 'ਤੇ, ਤਾਂ ਕਿ ਜਿਹੜੀ ਫ੍ਰੈਕਸ਼ਨਲ ਪਾਵਰ ਹੈ ਉਹ ਸਾਡੀ ਕੈਂਸਲ ਆਊਟ ਹੋ ਜਾਵੇ। ਜਿਹੜਾ ਨੀਚੇ ਨੰਬਰ ਹੈ ਡਿਨੋਮੀਨੇਟਰ ਦੇ ਵਿੱਚ ਹੈ ਉਹ ਇੱਥੇ ਸਾਡਾ ਕੈਂਸਲ ਹੋ ਜਾਵੇ। ਜਿਵੇਂ 4/2 ਆਉਂਦਾ, 2 ਨਾਲ 2 ਕੱਟ ਜਾਂਦਾ ਜੇ ਇੱਥੇ ਸਾਡੇ ਪਾਸ 2 ਹੁੰਦਾ। ਕੁਐਸਚਨ ਨੰਬਰ 15, ਦਿੱਤੇ ਬਹੁਪਦ ਵਿੱਚ x ਸਕੇਅਰ ਦਾ ਗੁਣਾਂਕ ਕੀ ਹੈ? ਵਟ ਇਜ਼ ਦੀ ਕੋਫੀਸ਼ੀਐਂਟ ਆਫ x ਸਕੇਅਰ ਇਨ ਪੋਲੀਨੋਮੀਅਲ? 2 - x ਸਕੇਅਰ + x³ ਕੁਐਸਚਨ ਦੇਖਣ ਦੇ ਵਿੱਚ ਈਜ਼ੀ ਹੁੰਦੇ ਨੇ, ਬਟ ਜਦੋਂ ਅਸੀਂ ਗੂਗਲ ਫਾਰਮ ਦੇ ਵਿੱਚ ਕਰਦੇ ਹਾਂ ਤਾਂ ਛੋਟੀਆਂ ਜਿਹੜੀਆਂ ਅਸੀਂ ਮਿਸਟੇਕਸ ਕਮਿਟ ਕਰਦੇ ਹਾਂ। x ਸਕੇਅਰ ਦਾ ਕੋਫੀਸ਼ੀਐਂਟ ਤਾਂ ਜਦੋਂ ਵੀ ਸਟੂਡੈਂਟ ਇਹਦਾ ਆਨਸਰ ਦਿੰਦੇ ਨੇ ਆਮ ਕਰਕੇ 1, ਕਿਉਂਕਿ x ਸਕੇਅਰ ਦੇ ਅੱਗੇ ਕੁਛ ਨਹੀਂ ਲੱਗਿਆ ਤਾਂ ਕੀ ਲੱਗਿਆ? 1 ਲੱਗਿਆ ਹੈ। ਬਟ ਅਸੀਂ ਨਾਲ ਸਾਈਨ ਵੀ ਕੰਸੀਡਰ ਕਰਨਾ ਹੈ। ਸੋ ਇੱਥੇ ਕੋਫੀਸ਼ੀਐਂਟ ਕੀ ਹੈ? -1 ਹੈ। ਸੋ ਦਿਸ ਇਜ਼ ਦੀ ਰਾਈਟ ਆਪਸ਼ਨ। ਕੋਫੀਸ਼ੀਐਂਟ ਪੁੱਛਿਆ ਹੈ, ਪਾਵਰ ਨਹੀਂ ਪੁੱਛੀ ਹੈ, ਘਾਤ ਨਹੀਂ ਪੁੱਛੀ ਹੈ। ਕਈ ਵਾਰ ਕੀ ਹੁੰਦਾ ਹੈ ਕਿ ਇਹਦੀ ਘਾਤ ਲਿਖ ਦਿੰਦੇ ਨੇ ਜੀ 2 ਹੈ, ਜਾਂ ਪੋਲੀਨੋਮੀਅਲ ਦੀ ਘਾਤ ਦੱਸ ਦਿੰਦੇ ਨੇ 3 ਹੈ। ਸਾਰੇ ਨੰਬਰ ਬਿਲਕੁਲ ਸੇਮ ਜਿਹੇ ਹੁੰਦੇ ਨੇ ਆਨਸਰ ਦੇ ਵਿੱਚ, ਬਟ ਸਾਨੂੰ ਪੁੱਛਿਆ ਗਿਆ ਕੋਫੀਸ਼ੀਐਂਟ। ਇਕੱਲਾ 1 ਨਹੀਂ ਬੋਲਣਾ, ਨਾਲ ਸਾਈਨ ਜ਼ਰੂਰ ਲਿਖਣਾ ਅਸੀਂ -1। ਕੁਐਸਚਨ ਨੰਬਰ 16, ਫਾਈਂਡ P0 ਫॉर Px = 2x² - x + 3। 2 ਮਾਰਕਸ ਦੇ ਵਿੱਚ ਪੋਸੀਬਲ ਹੈ ਕੁਐਸਚਨ। P1 ਆ ਸਕਦਾ ਹੈ, P2 ਆ ਸਕਦਾ ਹੈ। ਦੇਖੋ ਜੇ ਮੈਂ ਇਹਨੂੰ ਇਹਦੇ ਨਾਲ ਕੰਪੇਅਰ ਕਰਾਂ ਇੱਥੇ ਤਾਂ x ਦੀ ਜਗ੍ਹਾ 'ਤੇ ਕੀ ਲਿਖਿਆ ਹੈ? 0 ਲਿਖਿਆ ਹੈ। ਹੋ ਸਕਦਾ ਤੁਹਾਨੂੰ 1 ਪੁੱਛ ਲਿਆ ਜਾਵੇ, 2 ਪੁੱਛ ਲਿਆ ਜਾਵੇ। ਸੋ ਅਸੀਂ ਕੀ ਕਰਨਾ ਹੈ ਕਿ x ਦੀ ਜਗ੍ਹਾ 'ਤੇ 0 ਲਿਖਦੇ ਜਾਣਾ। ਇੱਥੇ 0 ਕਰ ਦਾਂਗੇ, ਇੱਥੇ 0 ਕਰ ਦਾਂਗੇ, ਹੋਰ ਕੁਛ ਨਹੀਂ ਹੈ। 2 × 0 0, 0 ਰਹਿ ਕੀ ਗਿਆ ਸਾਡੇ ਪਾਸ? 3। ਜੇ ਤੁਹਾਡੇ ਪਾਸ 1 ਆ ਜਾਂਦਾ ਤੁਸੀਂ ਇੱਥੇ 1 ਪੁੱਟ ਕਰਕੇ ਕੈਲਕੂਲੇਟ ਕਰ ਸਕਦੇ ਹੋ ਇਸ ਨੂੰ। ਇਸ ਤਰ੍ਹਾਂ 2 × 0 ਸਕੇਅਰ ਹੈ -0 + 3। ਦੇਖੋ ਇਹਨੇ ਵੀ 0 ਹੀ ਹੋਣਾ, ਇਹਨੇ ਵੀ 0 ਹੀ ਹੋਣਾ, ਰਹਿਣਾ ਕੀ ਹੈ ਸਾਡੇ ਪਾਸ? 3। ਸੋ ਰਾਈਟ ਆਪਸ਼ਨ ਕੀ ਹੋਗੀ ਸਾਡੀ? 3। ਜੇ P1 ਹੁੰਦਾ ਤਾਂ ਅਸੀਂ 1 ਕੈਲਕੂਲੇਟ ਕਰਦੇ, P2 ਹੁੰਦਾ ਤਾਂ ਅਸੀਂ P2 ਕੈਲਕੂਲੇਟ ਕਰਦੇ। ਦੋਸਤੋ ਅੱਗੇ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਤਾਂ ਕਿ ਤੁਹਾਨੂੰ ਜਿਹੜੀਆਂ 9th ਕਲਾਸ ਦੇ ਜੋ ਸਿਲੇਬਸ ਦੀਆਂ ਵੀਡੀਓਜ਼ ਨੇ ਉਹਨਾਂ ਦੇ ਜੋ ਰੈਗੂਲਰ ਅਪਡੇਟਸ ਨੇ ਤੁਹਾਨੂੰ ਮਿਲਦੇ ਰਹਿਣ। ਜਿਸ ਤਰ੍ਹਾਂ ਕਿ ਅਸੀਂ ਨੈਕਸਟ 6th ਚੈਪਟਰ ਦੀਆਂ ਵੀਡੀਓਜ਼ ਅਪਲੋਡ ਕਰਾਂਗੇ। ਹੁਣ ਤੱਕ ਅਸੀਂ ਆਲਰੇਡੀ ਚੈਪਟਰ 1, ਚੈਪਟਰ 3 ਦੀਆਂ ਵੀਡੀਓਜ਼ ਜਿਹੜੀਆਂ ਨੇ ਅਪਲੋਡ ਕਰ ਚੁੱਕੇ ਹਾਂ। ਸੋ ਫਾਈਂਡ ਦੀ ਰਿਮਾਈਂਡਰ ਵੈਨ x⁴ ਇਜ਼ ਡਿਵਾਈਡਡ ਬਾਈ x - 1। ਜਦੋਂ ਅਸੀਂ ਇਸ ਨੂੰ ਡਿਵਾਈਡ ਕਰਨਾ, ਇਸ ਪੋਲੀਨੋਮੀਅਲ ਨੂੰ ਭਾਗ ਦੇਣਾ ਹੈ ਅਸੀਂ x - 1 ਦੇ ਨਾਲ, ਅਸੀਂ ਕੀ ਪਤਾ ਕਰਨਾ? ਬਾਕੀ ਰਿਮਾਈਂਡਰ। ਸੋ ਦੇਖੋ ਜਿਹੜਾ ਅਸੀਂ ਕੁਐਸਚਨ ਨੰਬਰ 16 ਵੀ ਕੀਤਾ ਹੈ ਅਤੇ ਇਹ ਕੁਐਸਚਨ ਸਟੇਟਮੈਂਟ ਦੇ ਵਿੱਚ ਫਰਕ ਹੈ, ਬਟ ਕੰਮ ਅਸੀਂ ਉਹੀ ਕਰਨਾ ਹੈ। ਇੱਕ ਅਸੀਂ ਸਿਫਰ ਵਾਲਾ ਕੁਐਸਚਨ ਕੀਤਾ ਸੀ, ਉਸ ਦੇ ਵਿੱਚ ਅਸੀਂ x - 1 = ਕੀ ਪੁੱਟ ਕੀਤਾ ਸੀ? 0। ਸੋ x = ਕੀ ਆ ਗਿਆ? 1। ਜਿਹੜੀ ਸਾਡੀ ਰਿਮਾਈਂਡਰ ਥਿਊਰਮ ਹੈ, ਬਾਕੀ ਥਿਊਰਮ, ਉਹਦੇ ਵਿੱਚ ਅਸੀਂ ਬਾਕੀ ਪਤਾ ਕਰਨ ਵਾਸਤੇ x = 1 ਜਿਹੜਾ ਅਸੀਂ ਆਪਣੇ ਪੋਲੀਨੋਮੀਅਲ ਦੇ ਵਿੱਚ ਪੁੱਟ ਕਰ ਦਿੰਦੇ ਹਾਂ। ਜਿੱਥੇ ਜਿੱਥੇ x ਆ ਉੱਥੇ ਕੀ ਲਿਖ ਦੇਣਾ? ਅਸੀਂ 1 ਲਿਖ ਦੇਣਾ। ਪਿਛਲੇ ਕੁਐਸਚਨ ਦੇ ਵਿੱਚ ਵੀ ਗੱਲ ਕੀਤੀ ਸੀ ਕਿ x ਦੀ ਵੈਲਿਊ ਕੀ ਪੁੱਟ ਕਰਨੀ ਹੈ? 0। ਜੇ ਤੁਹਾਨੂੰ 1 ਕਿਹਾ ਗਿਆ ਤਾਂ ਤੁਸੀਂ 1 ਪੁੱਟ ਕਰਨੀ ਹੈ। ਤਾਂ ਇਹਦਾ ਆਪੋਜ਼ਿਟ ਸਾਈਨ ਲੈਣਾ ਅਸੀਂ। ਇੱਥੇ -1 ਹੈ ਤਾਂ ਮੈਂ ਕੀ ਪੁੱਟ ਕਰਾਂਗਾ? +1। ਇੱਥੇ ਮੈਂ +1 ਪੁੱਟ ਕਰ ਦੇਣਾ। 1⁴ 1⁴ -2 × 1 ਸਕੇਅਰ +1 + 1। ਤਾਂ ਦੇਖੋ 1⁴ 1 ਹੀ ਹੁੰਦਾ ਹੈ, 1⁴ ਵੀ 1 ਹੀ ਹੁੰਦਾ ਹੈ, 1 ਸਕੇਅਰ ਵੀ 1 ਹੀ ਹੋਣਾ, ਤਾਂ -2 ਹੋ ਗਿਆ। 2 × 1 2 +1 + 1, ਤਾਂ 1 + 1 2, 2 ਨਾਲ 2 ਕੱਟ ਜਾਏਗਾ ਤਾਂ ਰਹਿ ਕੀ ਗਿਆ ਸਾਡੇ ਪਾਸ? 2। ਸੋ ਰਾਈਟ ਆਪਸ਼ਨ ਕੀ ਹੋਏਗੀ ਸਾਡੇ ਪਾਸ? 2। ਤਾਂ ਇਹ ਕੁਐਸਚਨ ਜਿਹੜਾ ਤੁਹਾਡਾ 2 ਮਾਰਕਸ ਦੇ ਵਿੱਚ ਆਉਣ ਦੀ ਪੋਸੀਬਿਲਿਟੀ ਹੈ। ਕੁਐਸਚਨ ਨੰਬਰ 18 ਵੀ ਜਿਹੜਾ 2 ਮਾਰਕਸ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਫਾਈਂਡ ਦਾ ਵੈਲਿਊ ਆਫ 2⁵3 3⁵3 -5⁵3। ਇਹ ਥੋੜ੍ਹੀ ਈਜ਼ੀ ਵੈਲਿਊਜ਼ ਲਈਆਂ ਨੇ, ਵੱਡੀਆਂ ਵੀ ਆ ਸਕਦੀਆਂ ਨੇ। ਸੋ ਇਹਨੂੰ ਅਸੀਂ ਬਿਨਾਂ ਹੱਲ ਸੋਲਵ ਕਰੇ
ਅਸੀਂ ਪਾਵਰਸ ਨਹੀਂ ਸੋਲਵ ਕਰਦੇ, ਜ਼ਬਾਨੀ ਅਸੀਂ ਆਂਸਰ ਦੇ ਦਿੰਦੇ ਹਾਂ। ਇਹ ਸਾਡੇ ਪਾਸ ਫਾਰਮੂਲਾ ਹੈ ਏ ਕਿਊਬ ਪਲੱਸ ਬੀ ਕਿਊਬ ਪਲੱਸ ਸੀ ਕਿਊਬ is equal to 3abc if a plus b plus c ਕੀ ਹੈ 0। ਜੇ ਤਿੰਨਾਂ ਨੰਬਰਾਂ ਨੂੰ ਜੋੜ ਕੇ 0 ਬਣ ਜੇ ਤਾਂ a ਕਿਊਬ b ਕਿਊਬ c ਕਿਊਬ ਨੂੰ ਕੈਲਕੂਲੇਟ ਕਰਨ ਦੀ ਲੋੜ ਨਹੀਂ, ਸਿੰਪਲ 3abc ਆਂਸਰ ਹੁੰਦਾ। ਮੀਨਸ 3 ਮਲਟੀਪਲਾਈ 2 ਮਲਟੀਪਲਾਈ 3 ਮਲਟੀਪਲਾਈ -5 ਬਸ। ਤਾਂ ਦੇਖੋ 5 ਦੂਣੀ 10, 3 ਤੀਏ 9, ਤੇ 9 ਨੂੰ ਜਦੋਂ ਮੈਂ -10 ਨਾਲ ਗੁਣਾ ਕਰਾਂਗਾ ਤਾਂ ਆਂਸਰ ਆਊਗਾ -90। ਸੋ ਰਾਈਟ ਆਪਸ਼ਨ ਸਾਡੀ ਕੀ ਬਣ ਗਈ -90। ਸੋ ਐਗਜ਼ਾਮ ਦੇ ਵਿੱਚ ਤੁਹਾਡੇ ਦੇ ਵਿੱਚ ਇਹ ਵਾਲੀ ਵੈਲਿਊ ਚੇਂਜ ਹੋ ਸਕਦੀ ਹੈ, ਲਾਈਕ -3 ਤੇ 2 ਤੇ 1 ਬਣ ਜਾਵੇ, 2 ਤੇ +1 -3 ਆਂਸਰ 0 ਹੋ ਜਾਣਾ, ਜਾਂ -7 4 ਤੇ 3 ਆ ਜਾਵੇ, 3 ਕਿਊਬ 4 ਕਿਊਬ -7 ਕਿਊਬ। ਤਾਂ ਮੀਨਸ ਇਹਨਾਂ ਦਾ ਜਿਹੜਾ ਸਮ ਹੋਣਾ ਚਾਹੀਦਾ ਹੈ 0 ਹੋਣਾ ਚਾਹੀਦਾ ਹੈ। ਸੋ ਜੇਕਰ 0 ਹੈ ਤਾਂ ਡਾਇਰੈਕਟਲੀ ਅਸੀਂ 3 ਮਲਟੀਪਲਾਈ A B C ਕਰ ਸਕਦੇ ਹਾਂ, ਸਾਡਾ ਈਜ਼ੀ ਹੋ ਜਾਂਦਾ ਹੈ ਕੁਐਸਚਨ। ਕੁਐਸਚਨ ਨੰਬਰ 19, x² -7x + 12। ਸਾਡੇ ਪਾਸ ਦੋ ਘਾਤੀ ਬਹੁਪਦ ਹੈ ਜਿਸ ਦੇ ਸਾਨੂੰ ਫੈਕਟਰ ਕਰਨ ਦੇ ਲਈ ਕਿਹਾ ਗਿਆ, ਗੁਣਨਖੰਡ ਬਣਾਉਣ ਦੇ ਲਈ ਕਿਹਾ ਗਿਆ ਹੈ। 2 ਨੰਬਰ ਦਾ ਕੁਐਸਚਨ ਬਣਦਾ ਹੈ, ਈਵਨ 10th ਕਲਾਸ ਦੇ ਵਿੱਚ ਵੀ ਤੁਹਾਨੂੰ ਆਉਂਦਾ ਹੈ ਚੈਪਟਰ 2 ਤੇ ਚੈਪਟਰ 4 ਦੇ ਵਿੱਚ। ਸੋ ਬਜਾਏ ਇਸ ਦੇ ਕਿ ਅਸੀਂ ਗੁਣਨਖੰਡ ਬਣਾਈਏ, ਸਾਡੇ ਪਾਸ 4 ਆਪਸ਼ਨਸ ਨੇ ਹੈ ਨਾ ਇੱਥੇ। ਤਾਂ ਦੋਸਤੋ ਮੈਂ ਨਹੀਂ ਤੁਹਾਨੂੰ ਕਹੂੰਗਾ ਕਿ ਤੁਸੀਂ ਇਸ ਨੂੰ ਫੈਕਟਰਾਈਜ਼ ਕਰੋ, ਪ੍ਰੋਪਰ ਪੂਰਾ ਕੁਐਸਚਨ ਸੋਲਵ ਕਰੋ। ਸੋ ਕਿਉਂਕਿ ਸਾਡੇ ਪਾਸ ਆਪਸ਼ਨਸ ਗਿਵਨ ਨੇ, ਬਜਾਏ ਇਸ ਦੇ ਕਿ ਅਸੀਂ ਸੋਲਵ ਕਰੀਏ, ਅਸੀਂ ਆਪਸ਼ਨਸ ਤੋਂ ਆਂਸਰ ਫਾਈਂਡ ਕਰ ਸਕਦੇ ਹਾਂ। ਲਾਈਕ ਦੇਖੋ -3 ਮਲਟੀਪਲਾਈ -4, ਮੈਂ ਲਾਸਟ ਨੰਬਰ ਨੂੰ ਮਲਟੀਪਲਾਈ ਕਰਿਆ ਤਾਂ ਕੀ ਆਊਗਾ -12, ਜਦ ਕਿ ਇੱਥੇ ਕੀ ਹੈ +12 ਹੈ, ਸੋ ਇਹ ਤਾਂ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਵੀ ਨਹੀਂ ਹੋ ਸਕਦਾ, 3 ਮਲਟੀਪਲਾਈ -4 -12 ਹੋਊਗਾ, ਜਦ ਕਿ ਆਂਸਰ ਕੀ ਹੈ +12 ਹੈ। ਸੋ ਇੱਥੇ ਹੋ ਸਕਦਾ 3 ਚੌਕੇ 12 +10 ਬਣੂਗਾ, 3 ਚੌਕੇ 12 ਇਹ ਵੀ +10 ਬਣੂਗਾ। ਸੋ ਦੋਨਾਂ ਦੇ ਵਿੱਚੋਂ ਇੱਕ ਹੋ ਸਕਦਾ। ਦੂਸਰਾ ਸਾਡੇ ਪਾਸ ਸੈਂਟਰ ਦੇ ਉੱਪਰ ਮਾਈਨਸ ਆ, ਦੇਖੋ ਇੱਥੇ ਸਾਰੀ ਪਲੱਸ ਦੇ ਸਾਈਨ ਨੇ, ਤਾਂ ਆਂਸਰ ਸਾਰਾ ਪਲੱਸ 'ਚ ਨਹੀਂ ਆ ਸਕਦਾ, ਤਾਂ ਕੋਈ ਨਾ ਕੋਈ ਮਾਈਨਸ ਜ਼ਰੂਰ ਆਊਗਾ। ਤਾਂ ਇੱਥੇ ਮਾਈਨਸ ਹੈ ਅਤੇ ਇਹਦੇ ਵਿੱਚ ਮਾਈਨਸ ਮੌਜੂਦ ਆ। ਤਾਂ ਜੇ ਤੁਸੀਂ ਟ੍ਰਿਕ ਯੂਜ਼ ਕਰਨੀ ਹੈ ਟਾਈਮ ਸੇਵਿੰਗ, ਤਾਂ ਸਾਡਾ ਰਾਈਟ ਆਂਸਰ ਕੀ ਹੈ ਵਾਲਾ, ਮੈਂ ਲਾਸਟ ਡਿਜਿਟ ਮਲਟੀਪਲਾਈ ਕਰੇ 3 × 4 -3 ਮਲਟੀਪਲਾਈ -4, ਆਂਸਰ ਕੀ ਆਊਗਾ +12, ਅਤੇ ਇੱਥੇ +12 ਹੈ। ਹੁਣ 2 ਨੰਬਰਾਂ ਦੇ ਵਿੱਚ ਸਾਡੇ ਪਾਸ +12 ਆਉਂਦਾ, ਇੱਥੇ ਸਾਡੇ ਪਾਸ ਮਾਈਨਸ ਆਉਂਦਾ, ਇਹ ਆਪਸ਼ਨਸ ਨਹੀਂ ਹੋ ਸਕਦੀਆਂ। ਜੇ ਇੱਥੇ ਮਾਈਨਸ ਹੁੰਦਾ ਫਿਰ ਇਹ ਨਹੀਂ ਸੀ ਹੋ ਸਕਦੀਆਂ, ਕਿਉਂਕਿ ਪਲੱਸ ਆਉਂਦਾ ਹੈ, ਤਾਂ ਮਾਈਨਸ ਵਾਲਿਆਂ ਦੇ ਵਿੱਚੋਂ ਕੋਈ ਇੱਕ ਹੁੰਦੀ। ਸੋ ਮੀਨਸ ਤੁਸੀਂ ਆਪਣੇ ਬੇਸਿਕ ਸਕਿੱਲਸ ਯੂਜ਼ ਕਰਕੇ ਚਾਰੇ ਆਪਸ਼ਨਾਂ ਦੇ ਵਿੱਚੋਂ ਇੱਕ ਰਾਈਟ ਆਪਸ਼ਨ ਫਾਈਂਡ ਕਰ ਸਕਦੇ ਹੋ, ਬੜੀ ਈਜ਼ੀਲੀ ਕਰ ਸਕਦੇ ਹੋ। ਦੇਖੋ ਸਿਰਫ ਮਲਟੀਪਲੀਕੇਸ਼ਨ ਯੂਜ਼ ਕੀਤੀ ਹੈ, ਫੈਕਟਰਾਈਜ਼ੇਸ਼ਨ ਤਾਂ ਅਸੀਂ ਯੂਜ਼ ਹੀ ਨਹੀਂ ਕੀਤੀ ਹੈ। ਕੁਐਸਚਨ ਨੰਬਰ 20, ਜੇਕਰ ਕਿਸੇ ਆਇਤ ਦੀ ਲੰਬਾਈ x + 3, ਇਹ ਐਪਲੀਕੇਸ਼ਨ ਬੇਸਡ ਕੁਐਸਚਨ ਹੈ। ਆਇਤ ਦੀ ਲੰਬਾਈ x + 3 ਹੈ, ਚੜਾਈ x + 2 ਹੈ, ਤਾਂ ਇਸ ਦਾ ਖੇਤਰਫਲ ਕਿੰਨਾ ਹੋਊਗਾ। ਰੈਕਟੈਂਗਲ ਦੀ ਸਾਈਡ ਗਿਵਨ ਹੈ ਸਾਨੂੰ x + 3, ਬ੍ਰੈਡਥ x + 2 ਹੈ। ਵਾਟ ਇਜ਼ ਦੀ ਏਰੀਆ? ਏਰੀਆ ਹੁੰਦਾ ਸਾਡੇ ਪਾਸ ਲੈਂਥ ਮਲਟੀਪਲਾਈ ਬ੍ਰੈਡਥ, ਲੰਬਾਈ ਗੁਣਾ ਚੜਾਈ। ਕਹਿਣ ਤੋਂ ਭਾਵ ਕੀ ਹੈ ਕਿ ਅਸੀਂ ਲੰਬਾਈ x + 3 ਇਸ ਨੂੰ ਗੁਣਾ ਕਰਨਾ x + 2 ਚੜਾਈ ਦੇ ਨਾਲ। ਸੋ ਜੇ ਮੈਂ ਹੁਣ ਧਿਆਨ ਨਾਲ ਦੇਖਾਂ, 3 ਦੂਣੀ 6, ਤਾਂ ਐਂਡ ਦੇ ਵਿੱਚ 6 ਆਉਣਾ ਚਾਹੀਦਾ ਹੈ, ਤਾਂ ਇੱਥੇ ਕੀ ਆ ਰਿਹਾ 5, ਇਹ ਆਪਸ਼ਨ ਨਹੀਂ ਹੋ ਸਕਦੀ। ਇਹਦੇ ਵਿੱਚ ਵੀ 6 ਹੈ, ਇਹਦੇ ਵਿੱਚ ਵੀ 6 ਹੈ, ਇਹਦੇ ਵਿੱਚ ਤਿੰਨਾਂ ਦੇ ਵਿੱਚੋਂ ਕੋਈ ਇੱਕ ਆਪਸ਼ਨ ਹੈ। 3 × x 3x ਹੁੰਦਾ ਹੈ, 2 × x 2x ਹੁੰਦਾ ਹੈ, ਤਾਂ ਟੋਟਲ ਬਣਦੇ ਨੇ 5x। ਤਾਂ ਇੱਥੇ 6x ਹੈ, ਇੱਥੇ 5x ਹੈ, ਇੱਥੇ 3x ਹੈ, ਤਾਂ 5x ਵਾਲੀ ਰਾਈਟ ਆਪਸ਼ਨ ਹੈ। ਦੂਸਰਾ ਕੀ ਹੈ, ਤੁਸੀਂ ਪੂਰਾ ਮਲਟੀਪਲਾਈ ਕਰ ਲਓ, x ਨੂੰ x ਨਾਲ ਮਲਟੀਪਲਾਈ ਕਰਿਆ x², x ਨੂੰ 2 ਨਾਲ ਮਲਟੀਪਲਾਈ ਕਰਿਆ 2x, x ਨੂੰ 3 ਨਾਲ ਮਲਟੀਪਲਾਈ ਕਰਿਆ 3x, 3 ਗੁਣਾ 2 ਕੀ ਹੋ ਗਿਆ 6। ਤਾਂ ਦੇਖੋ 3 ਤੇ 2 5x ਹੁੰਦਾ ਹੈ। ਸੋ ਕੋਸ਼ਿਸ਼ ਕਰੋ ਗਲਤ ਨਹੀਂ ਕਰਨਾ ਹੈ, ਜਿਸ ਤਰ੍ਹਾਂ ਮੈਂ ਟ੍ਰਿਕ ਦਿੱਤੇ ਨੇ ਕਿ ਤੁਸੀਂ ਡਾਇਰੈਕਟਲੀ ਆਂਸਰ ਫਾਈਂਡ ਕਰ ਸਕਦੇ ਹੋ। ਜੇਕਰ ਉਹਦੇ ਵਿੱਚ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਕੁਐਸਚਨ ਨੂੰ ਪੂਰਾ ਸੋਲਵ ਕਰ ਸਕਦੇ ਹੋ। ਤੁਹਾਡੇ ਪਾਸ ਕਾਪੀ ਹੈ, ਪੈਨ ਹੈ, ਤਾਂ ਤੁਸੀਂ ਉਸਨੂੰ ਫੁੱਲ ਸੋਲਵ ਕਰੋ ਅਤੇ ਰਾਈਟ ਆਂਸਰ ਹੀ ਟਿਕ ਕਰਨਾ ਆਪਾਂ ਨੇ, ਮਾਰਕਸ ਜਿਹੜੇ ਨੇ ਉਹ ਲੂਜ਼ ਨਹੀਂ ਕਰਨੇ। ਕੁਐਸਚਨ ਨੰਬਰ 21 ਜਿਹੜਾ ਇਹ ਸਾਡੇ ਪਾਸ ਅਲਜੈਬਰਾਇਕ ਐਕਸਪ੍ਰੈਸ਼ਨ ਦੇ ਬੇਸਡ ਹੈ। ਇੱਕ ਫਾਰਮੂਲਾ ਹੈ a+b3, ਮੈਮਰੀ ਬੇਸਡ ਹੈ। ਜੇ ਤੁਹਾਨੂੰ ਫਾਰਮੂਲਾ ਯਾਦ ਹੈ ਤਾਂ ਬਹੁਤ ਵਧੀਆ ਗੱਲ ਹੈ, ਜੇਕਰ ਫਾਰਮੂਲਾ ਨਹੀਂ ਯਾਦ ਤਾਂ ਮੈਂ ਇੱਕ ਤੁਹਾਨੂੰ ਟ੍ਰਿਕ ਦੱਸ ਦਿੰਦਾ ਕਿ ਸਹੀ ਤੁਸੀਂ ਜਿਹੜੀ ਵੈਲਿਊ ਕਿਸ ਤਰ੍ਹਾਂ ਫਾਈਂਡ ਕਰਨੀ ਹੈ। ਸੋ ਦੇਖੋ ਇੱਥੇ a³ ਹੈ, ab² ਹੈ, b³ ਹੈ, ਤਾਂ ਜਿਹੜੀਆਂ ਸਾਰੀਆਂ ਕਿਊਬ ਦਾ ਫਾਰਮੂਲਾ ਉਹਦੇ ਵਿੱਚ ਜਿਹੜੀਆਂ ਪਾਵਰਸ ਨੇ ਨਾ ਉਹ ਹਮੇਸ਼ਾ 3 ਰਹਿੰਦੀਆਂ ਨੇ। 2 + 1 3, ਇੱਥੇ ਕਿੰਨੀਆਂ ਬਣ ਗਈਆਂ 4, ਇੱਥੇ ਕਿੰਨੀਆਂ ਨੇ 3, ਇੱਥੇ ਕਿੰਨੀਆਂ ਨੇ 2, ਇੱਥੇ ਕਿੰਨੀਆਂ ਨੇ 5। ਤਾਂ ਰਾਈਟ ਆਪਸ਼ਨ ਕੀ ਆਣੀ ਹੈ? ਫਾਰਮੂਲਾ ਕਿਊਬ ਦੇ ਤਾਂ ਪਾਵਰਾਂ 3 ਹੋਣਗੀਆਂ ਨਾ। ਸੋ ਰਾਈਟ ਆਪਸ਼ਨ ਇਜ਼ ਦਿਸ ਵਨ,
3a²b। याद करने की लोड़ भी नहीं है। सो पावर्स ਜਿਹੜੀਆਂ ਨੇ ਜੇ ਕਿਊਬ ਦਾ ਫਾਰਮੂਲਾ ਹੈ ਤਾਂ ਥਰੂ ਆਊਟ ਜਿਹੜੀਆਂ ਪਾਵਰਸ ਦਾ ਸਮ ਹੈ ਉਹ 3 ਰਹੂਗਾ। ਜੇ ਸਕੇਅਰ ਦਾ ਫਾਰਮੂਲਾ ਹੈ ਤਾਂ ਥਰੂ ਆਊਟ ਪਾਵਰਸ ਦਾ ਸਮ ਕੀ ਰਹੂਗਾ? ਸਕੇਅਰ ਰਹੂਗਾ। ਸੋ ਇਹ ਹੋਲ ਕਿਊਬ ਵਾਲੇ ਦੀ ਗੱਲ ਕਰ ਰਹੇ ਹਾਂ, ਹੋਲ ਕਿਊਬ ਹੋਲ ਸਕੇਅਰ ਦੇ ਵਿੱਚ ਦੀ ਗੱਲ ਕਰਦੇ ਹਾਂ ਆਪਾਂ। ਸੋ ਰਾਈਟ ਆਪਸ਼ਨ ਇਹ ਆ ਗਈ ਹੈ। ਜੇਕਰ ਤੁਸੀਂ ਫਾਰਮੂਲੇ ਯਾਦ ਕਰ ਸਕਦੇ ਹੋ ਜ਼ਿਆਦਾ ਬੈਟਰ ਆਪਸ਼ਨ ਹੈ। ਕੁਐਸਚਨ ਨੰਬਰ 22, ਜੇਕਰ ਏ ਬੀ ਸੀ ਇੱਕ ਰੇਖਾ 'ਤੇ ਸਥਿਤ 3 ਬਿੰਦੂ ਨੇ। ਸੋ ਏ ਬੀ ਸੀ ਇੱਕ ਰੇਖਾ 'ਤੇ ਸਥਿਤ ਨੇ। ਬਿੰਦੂ ਬੀ ਏ ਅਤੇ ਸੀ ਦੇ ਵਿਚਾਲੇ ਹੈ। ਇਹ ਬਿੰਦੂ ਬੀ ਵਿਚਕਾਰ ਹੈ ਅਤੇ ਸੀ ਬਾਹਰ ਹੈ। ਤਾਂ ਕਿਹੜਾ ਕਥਨ ਸੱਚ ਹੈ, ਸਹੀ ਹੋਵੇਗਾ? ਵਿਚ ਸਟੇਟਮੈਂਟ ਇਜ਼ ਟਰੂ। ਦੇਖੋ ਏ ਤੋਂ ਬੀ ਗਏ, ਬੀ ਤੋਂ ਸੀ ਗਏ, ਤਾਂ ਟੋਟਲ ਕਿੰਨਾ ਬਣ ਗਿਆ? ਏ ਸੀ। ਏ ਤੋਂ ਬੀ, ਬੀ ਤੋਂ ਸੀ, ਏ ਤੋਂ ਬੀ, ਬੀ ਤੋਂ ਸੀ ਮਿਲੂਗਾ ਕੀ? ਏ ਸੀ। ਇਹ ਰਾਈਟ ਆਪਸ਼ਨ ਹੈ। ਇੱਥੇ ਸਾਨੂੰ ਕੀ ਕਹਿ ਰਿਹਾ? ਏ ਤੋਂ ਬੀ ਫਿਰ ਏ ਤੋਂ ਸੀ, ਇੱਕ ਵਾਰ ਇੰਨਾ ਇੱਕ ਵਾਰ ਇੰਨਾ, ਦੋਨੇ ਮਿਲ ਕੇ ਕੀ ਬਣਦੇ ਨੇ? ਬੀ ਸੀ। ਇਹ ਕਿਵੇਂ ਹੋ ਸਕਦਾ ਹੈ? ਏਡੀ ਲਾਈਨ ਮਿਲ ਕੇ ਬੀ ਸੀ ਥੋੜ੍ਹੀ ਬਣਾਏਗੀ, ਤਾਂ ਛੋਟੀ ਹੈ। ਇਸੇ ਤਰ੍ਹਾਂ ਏ ਸੀ ਅਤੇ ਬੀ ਸੀ, ਏ ਸੀ ਅਤੇ ਬੀ ਸੀ ਦੋਨੋਂ ਮਿਲ ਕੇ ਕੀ ਬਣਾਉਂਦੇ ਨੇ? ਏ ਬੀ। ਇਹ ਵੀ ਪੋਸੀਬਲ ਨਹੀਂ ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੈ? ਏ। ਸੋ ਨੌਲੇਜ ਬੇਸਡ ਕੁਐਸਚਨ ਹੈ। ਕਾਰਟੀਜ਼ੀਅਨ ਸਮਤਲ ਵਿੱਚ ਖੜਵੀਂ ਰੇਖਾ ਨੂੰ ਕੀ ਆਖਦੇ ਹਾਂ? ਵਰਟੀਕਲ ਲਾਈਨ। ਤਾਂ ਅਸੀਂ ਗ੍ਰਾਫ ਬਣਾਇਆ ਸੀ ਇਸ ਤਰ੍ਹਾਂ, ਐਕਸ ਐਕਸਿਸ, ਅਤੇ ਖੜਵੀਂ ਰੇਖਾ ਕੀ ਹੈ ਸਾਡੇ ਪਾਸ? ਵਾਈ ਐਕਸਿਸ। ਅਤੇ ਇਸ ਨੂੰ ਅਸੀਂ ਕੀ ਬੋਲਦੇ ਹਾਂ? ਵਾਈ ਐਕਸਿਸ। ਜੇ ਲੇਟਵੀਂ ਆ ਜਾਵੇ ਸਾਡੇ ਪਾਸ ਹੌਰੀਜ਼ੌਂਟਲ, ਤਾਂ ਕੀ ਹੈ ਸਾਡਾ? ਐਕਸ ਐਕਸਿਸ ਹੈ। ਕੁਐਸਚਨ ਨੰਬਰ 24, ਗ੍ਰਾਫ ਉੱਤੇ ਉਲੇਖਿਤ ਬਿੰਦੂ ਦੇ ਨਿਰਦੇਸ਼ਾਂਕ ਕੀ ਹੋਣਗੇ? ਗ੍ਰਾਫ ਦੇ ਉੱਪਰ ਪੁਆਇੰਟ ਲੱਗਾ ਹੈ, ਤਾਂ ਅਸੀਂ ਇਸ ਦੇ ਕੋਆਰਡੀਨੇਟਸ ਦੱਸਣੇ ਨੇ ਕੀ ਨੇ। ਸੋ ਕੋਆਰਡੀਨੇਟਸ ਕਿਸ ਤਰ੍ਹਾਂ ਫਾਈਂਡ ਕਰਦੇ ਹਾਂ? ਅਸੀਂ ਪਹਿਲਾਂ ਅਸੀਂ ਐਕਸ ਦੇ ਉੱਪਰ ਤੁਰਦੇ ਹਾਂ। ਇੱਕ ਗੱਲ ਦਾ ਧਿਆਨ ਰੱਖਣਾ ਹੈ, ਐਕਸ ਦੇ ਸਾਹਮਣੇ ਕਿੰਨਾ ਆ ਰਿਹਾ? 3। ਸੋ ਫਸਟ ਨੰਬਰ 'ਤੇ 3 ਹੋਣਾ ਚਾਹੀਦਾ ਹੈ, ਕਿਉਂਕਿ ਫਸਟ ਸਾਡਾ ਐਕਸ ਹੁੰਦਾ ਹੈ, ਦੂਸਰਾ ਸਾਡਾ ਵਾਈ ਹੁੰਦਾ ਹੈ। 3 ਕੋਮਾ, ਤਾਂ 3 ਕੋਮਾ ਇੱਥੇ ਇੱਕ ਦੇ ਵਿੱਚ ਹੀ ਹੈ, ਸੀ ਦੇ ਵਿੱਚ। ਵਾਈ ਵੀ ਚੈੱਕ ਕਰ ਲੈਂਦੇ ਹਾਂ। ਵਾਈ ਦੇ ਸਾਹਮਣੇ ਕੀ ਆ ਰਿਹਾ? ਸਾਡਾ ਵਾਈ ਐਕਸਿਸ ਹੈ, -2 ਆ ਰਿਹਾ ਹੈ। ਤਾਂ ਕੋਆਰਡੀਨੇਟਸ ਬਣੇ 3 ਕੋਮਾ -2। ਐਕਸ ਅੱਗੇ ਲਿਖਣਾ ਹੈ, ਵਾਈ ਪਿੱਛੇ ਲਿਖਣਾ ਹੈ। ਸੋ ਐਕਸ ਸਾਡਾ 3 ਨੂੰ ਕੋਰਸਪੌਂਡ ਕਰ ਰਿਹਾ ਹੈ ਅਤੇ ਵਾਈ ਸਾਡਾ -2 ਨੂੰ ਕੋਰਸਪੌਂਡ ਕਰ ਰਿਹਾ ਹੈ। ਕੁਐਸਚਨ ਨੰਬਰ 25 ਐਪਲੀਕੇਸ਼ਨ ਦੇ ਬੇਸਡ ਹੈ। ਫਾਈਂਡ ਦਾ ਵੈਲਿਊ ਆਫ 51 ਸਕੇਅਰ -49 ਸਕੇਅਰ। ਈਵਨ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਈਜ਼ੀਲੀ। ਤੁਸੀਂ ਫਾਰਮੂਲਾ ਯੂਜ਼ ਕਰ ਸਕਦੇ ਹੋ, a ਸਕੇਅਰ -b ਸਕੇਅਰ ਇਜ਼ ਇਕੁਅਲ ਟੂ a -b ਇੰਟੂ a ਪਲੱਸ b। ਇਹ ਈਜ਼ੀ ਕੈਲਕੂਲੇਸ਼ਨ ਹੈ, ਟ੍ਰਿਕ ਹੈ। ਇੱਕ ਵਾਰ ਇਹਨਾਂ ਦੋਨਾਂ ਨੂੰ ਮਾਈਨਸ ਕਰ ਦਿਓ। 51 ਦੇ ਵਿੱਚੋਂ 49 ਗਏ 2 ਹੁੰਦਾ ਹੈ। 51 ਅਤੇ 49 ਨੂੰ ਅਸੀਂ ਜੇ ਐਡ ਕਰ ਲਈਏ ਤਾਂ 100 ਹੁੰਦਾ ਹੈ। ਤਾਂ ਆਨਸਰ ਕੀ ਹੈਗਾ ਸਾਡਾ? 200। ਤਾਂ ਸਾਡੀ ਰਾਈਟ ਆਪਸ਼ਨ ਕੀ ਹੈ? 200। ਤਾਂ ਤੁਹਾਨੂੰ ਇਹ ਕਿਸੇ ਹੋਰ ਫਾਰਮ ਦੇ ਵਿੱਚ ਵੀ ਆ ਸਕਦਾ ਹੈ, ਲਾਈਕ 31 ਸਕੇਅਰ -29 ਸਕੇਅਰ। 31 ਚੋਂ 29 ਗਏ 2 ਹੋਣਗੇ, 31 ਅਤੇ 29 ਨੂੰ ਜੋੜ ਲਈਏ ਤਾਂ 60 ਬਣਦਾ ਹੈ। ਤਾਂ ਉੱਤਰ ਕਿੰਨਾ ਆ ਗਿਆ ਜੀ? 120 ਆ ਗਿਆ। ਸੋ ਇਸ ਫਾਰਮ ਦੇ ਵਿੱਚ ਕੁਐਸਚਨ ਜਿਹੜਾ ਉਹ ਆ ਸਕਦਾ ਹੈ। ਕੁਐਸਚਨ ਨੰਬਰ 26, ਇਹਨਾਂ ਵਿੱਚੋਂ ਕਿਸ ਦੀ ਲੰਬਾਈ ਨਿਸ਼ਚਿਤ ਹੁੰਦੀ ਹੈ? ਵਿਚ ਆਫ ਥੀਸ ਹੈਜ਼ ਅ ਡੈਫੀਨੇਟ ਲੈਂਥ? ਫਿਕਸ ਰੇਖਾ, ਤਾਂ ਅਸੀਂ ਯੂਕਲਿਡ ਦੇ ਵਿੱਚ ਪੜ੍ਹਿਆ, ਜਿਹੜੀ ਰੇਖਾ ਹੈ ਉਹਨੂੰ ਅਸੀਂ ਕਿਸੇ ਪਾਸੇ ਨੂੰ ਵੀ ਵਧਾ ਸਕਦੇ ਹਾਂ। ਕਿਰਨ ਸੂਰਜ ਤੋਂ ਚੱਲਦੀ ਹੈ ਅਤੇ ਵੱਧਦੀ ਹੀ ਜਾਂਦੀ ਹੈ, ਇਹਦੀ ਵੀ ਕੋਈ ਲੈਂਥ ਫਿਕਸ ਨਹੀਂ ਹੈ। ਲਾਈਨ ਸੈਗਮੈਂਟ, ਤਾਂ ਜਿਹੜੀ ਲਾਈਨ ਸੈਗਮੈਂਟ ਹੁੰਦੀ ਹੈ 2 ਪੁਆਇੰਟਸ ਦੇ ਵਿਚਕਾਰ ਹੁੰਦੀ ਹੈ, ਫਿਕਸ ਹੁੰਦੀ ਹੈ ਕਿ ਜੀ 5 ਸੈਂਟੀਮੀਟਰ ਦੀ ਲਾਈਨ ਲਗਾਉਣੀ ਹੈ ਅਸੀਂ। ਲਾਈਨ ਸੈਗਮੈਂਟ, ਰੇਖਾ ਖੰਡ ਖਿੱਚਣਾ ਹੈ, ਤਾਂ ਉੱਥੇ ਰੇਖਾ ਖੰਡ ਸ਼ਬਦ ਵਰਤਿਆ ਜਾਂਦਾ ਹੈ। ਸੋ ਲਾਈਨ ਸੈਗਮੈਂਟ ਦੀ ਜਿਹੜੀ ਲੈਂਥ ਹੁੰਦੀ ਹੈ ਉਹ ਨਿਸ਼ਚਿਤ ਹੁੰਦੀ ਹੈ, ਡੈਫੀਨੇਟ ਹੁੰਦੀ ਹੈ, ਫਿਕਸ ਹੁੰਦੀ ਹੈ। ਸੋ ਰਾਈਟ ਆਪਸ਼ਨ ਕੀ ਹੈ ਸਾਡੀ? ਲਾਈਨ ਸੈਗਮੈਂਟ। ਕੁਐਸਚਨ ਨੰਬਰ 27, 0.37 ਵਾਰ ਦਾ ਪੀ ਬਟੇ ਕਿਊ ਰੂਪ ਕੀ ਹੋਏਗਾ? ਰਾਈਟ 0.37 ਦੋਨਾਂ ਦੇ ਉੱਪਰ ਵਾਰ ਹੈ, ਇਹਨੂੰ ਪੀ ਓਵਰ ਕਿਊ ਫਾਰਮ ਦੇ ਵਿੱਚ ਲਿਖਣਾ ਹੈ। ਦੇਖੋ ਜੇ ਇਹਨੂੰ ਅਸੀਂ ਸੋਲਵ ਕਰਨ ਦੀ ਗੱਲ ਕਰੀਏ ਤਾਂ ਬੜਾ ਲੈਂਥੀ ਪ੍ਰੋਸੈਸ ਹੈ। 2 ਮਾਰਕਸ ਦਾ ਕੁਐਸਚਨ ਬਣਦਾ ਕਿ ਇਸ ਨੂੰ ਐਕਸ ਸਪੋਜ਼ ਕਰ ਲੈਂਦੇ ਹਾਂ ਅਸੀਂ। 0.37 ਵਾਰ ਨੂੰ ਤੁਸੀਂ ਇਸ ਤਰ੍ਹਾਂ ਸੋਲਵ ਕੀਤਾ ਹੁਣ ਤੱਕ। ਇਸ ਨੂੰ ਅਸੀਂ ਬਾਰ-ਬਾਰ ਲਿਖ ਸਕਦੇ ਹਾਂ 37 37 ਸੋ ਔਨ 1x। ਤਾਂ ਜੇ ਵਾਰ 2 ਨੰਬਰਾਂ ਦੇ ਉੱਪਰ ਹੈ ਤਾਂ ਅਸੀਂ ਇਸ ਨੂੰ ਕਿੰਨੇ ਨਾਲ ਮਲਟੀਪਲਾਈ ਕਰਦੇ ਹਾਂ? ਆਈ ਥਿੰਕ 100 ਦੇ ਨਾਲ। ਤਾਂ 100 ਇੰਟੂ 1 100x ਉਹ ਸਬਟਰੈਕਟ ਕਰਦੇ ਹਾਂ। ਤਾਂ ਈਜ਼ੀ ਟ੍ਰਿਕ ਕੀ ਹੈ ਕਿ ਈਜ਼ੀਲੀ ਅਸੀਂ ਕਿਵੇਂ ਫਾਈਂਡ ਕਰ ਸਕਦੇ? ਸਾਡੇ ਪਾਸ 4 ਆਪਸ਼ਨਸ ਨੇ। ਦੇਖੋ ਜੇ 2 ਪਰ ਵਾਰ ਹੋਵੇ, ਜੇ 1 ਪਰ ਵਾਰ ਹੈ ਤਾਂ ਡਿਨੋਮੀਨੇਟਰ ਦੇ ਵਿੱਚ 9 ਆਉਂਦਾ ਹੈ। ਜੇ 2 ਪਰ ਵਾਰ ਹੈ ਤਾਂ ਡਿਨੋਮੀਨੇਟਰ ਦੇ ਵਿੱਚ 99 ਆਉਂਦਾ ਹੈ। ਜੇ 3 ਪਰ ਵਾਰ ਹੈ ਤਾਂ ਡਿਨੋਮੀਨੇਟਰ ਦੇ ਵਿੱਚ 999 ਆਉਂਦਾ ਹੈ। ਸੋ ਦੇਖੋ ਇੱਥੇ 37 ਓਵਰ 100
100 ਤਾਂ ਨੀਚੇ ਆਣਾ ਹੀ ਨਹੀਂ ਹੈ, ਕਿਉਂਕਿ ਸਿੰਪਲ ਕੁਐਸਚਨ ਨਹੀਂ, ਅਸੀਂ ਸਿੰਪਲ ਇਸ ਦਾ ਡੈਸੀਮਲ ਰਿਮੂਵ ਨਹੀਂ ਕਰਨਾ। ਇਸੇ ਤਰ੍ਹਾਂ 3.7 ਤਾਂ ਹੈ ਨਹੀਂ ਹੈ, ਡੈਸੀਮਲ ਤੋਂ ਬਾਅਦ 2 ਡਿਜਿਟ ਨੇ, ਨੀਚੇ ਅਸੀਂ ਕਿੰਨੀ ਜ਼ੀਰੋ ਲਾਈ ਹੈ, 1 ਲਾਈ ਹੈ, ਇਹ ਵੀ ਪੋਸੀਬਲ ਨਹੀਂ ਹੈ। ਸੋ 2 ਆਪਸ਼ਨਾਂ ਰਹਿ ਗਈਆਂ ਸਾਡੇ ਪਾਸ। ਇਸ ਦੇ ਨੀਚੇ 99 ਲਗਾਇਆ ਅਸੀਂ, ਇਸ ਦੇ ਨੀਚੇ 999 ਹੈ। ਤਾਂ ਦੋਵਾਂ ਦੇ ਵਿੱਚੋਂ ਦੇਖੋ 2 ਦੇ ਉੱਪਰ ਬਾਰ ਹੈ, ਤਾਂ ਮੈਂ ਜੇ ਆਪਣਾ ਟ੍ਰਿਕ ਯੂਜ਼ ਕਰਨਾ, ਤੁੱਕਾ ਲਾਣਾ ਹੈ, ਤਾਂ ਮੈਂ ਕਿੱਥੇ ਲਾਵਾਂਗਾ 37/99। ਇਹ ਸਾਡੀ ਰਾਈਟ ਆਪਸ਼ਨ ਹੈ। ਅਦਰਵਾਈਜ਼ ਜੇਕਰ ਤੁਸੀਂ ਇੱਦਾਂ ਨਹੀਂ ਕਰ ਸਕਦੇ ਤਾਂ ਤੁਹਾਨੂੰ ਜਿਹੜਾ ਪੂਰਾ ਕੁਐਸਚਨ ਹੈ ਉਹ ਸੋਲਵ ਕਰ ਲੈਣਾ ਚਾਹੀਦਾ ਹੈ ਸੈਕਸ਼ਨ 2 ਦੇ ਵਾਸਤੇ ਨੂੰ। ਕੁਐਸਚਨ ਨੰਬਰ 28, ਐਕਸ ਧੁਰੇ ਉੱਤੇ ਸਥਿਤ ਬਿੰਦੂ ਦੇ ਨਿਰਦੇਸ਼ਾਂਕ ਕੀ ਹੋਣਗੇ। ਐਕਸ ਕੋਆਰਡੀਨੇਟ ਦੇ ਉੱਪਰ ਜਿਹੜੇ ਪੁਆਇੰਟਸ ਨੇ ਇਹ ਵਾਲੇ, ਇਹਦੇ ਕੋਆਰਡੀਨੇਟਸ ਕਿਸ ਤਰ੍ਹਾਂ ਦੇ ਹੁੰਦੇ ਨੇ। ਮੀਨਸ ਮੈਂ ਇੱਥੇ ਜਾਣਾ, ਇਹ ਪੁਆਇੰਟ ਕੀ ਹੈ, ਐਕਸ ਵੱਲ ਮੈਂ 1 ਗਿਆ, ਵਾਈ ਵੱਲ ਤਾਂ ਮੈਂ ਗਿਆ ਹੀ ਨਹੀਂ। ਇੱਥੇ ਜਾਣਾ ਜੀ ਮੈਂ, ਐਕਸ ਵੱਲ ਮੈਂ ਕਿੰਨਾ ਗਿਆ, 2 ਗਿਆ ਜੀ, ਅਤੇ ਵਾਈ ਵੱਲ ਬਿਲਕੁਲ ਨਹੀਂ ਗਿਆ। ਫਿਰ ਐਕਸ ਪਰ ਤੁਰਿਆ, ਇੱਥੇ ਪਹੁੰਚਿਆ, ਐਕਸ ਵੱਲ ਮੈਂ 3 ਗਿਆ ਪਰ ਵਾਈ ਵੱਲ ਗਿਆ ਨਹੀਂ ਹੈ। ਮੀਨਸ ਸਾਡਾ ਇਕੱਲਾ ਐਕਸ ਕੋਆਰਡੀਨੇਟ ਜਿਹੜਾ ਉਹ ਚੇਂਜ ਹੋ ਰਿਹਾ ਹੈ। ਮੀਨਸ ਟੂ ਸੇ ਕਿ ਐਕਸ, 0 ਟਾਈਪ ਹੈ, ਵਾਈ ਸਾਡਾ ਫਿਕਸ ਹੈ। ਦੇਖੋ ਇੱਥੇ ਵਾਈ ਦੀ ਵੈਲਿਊ ਆ ਰਹੀ ਹੈ, ਇਹ ਨਹੀਂ ਹੋ ਸਕਦਾ। ਇੱਥੇ ਵਾਈ ਪਿੱਛੇ ਲਿਖਤਾ, ਇਹ ਨਹੀਂ ਹੋ ਸਕਦਾ। ਇੱਥੇ ਦੇਖੋ ਐਕਸ ਦੀ ਜਗ੍ਹਾ 'ਤੇ ਵਾਈ ਲਿਖਤਾ ਹੈ, ਇਹ ਵੀ ਨਹੀਂ ਹੋ ਸਕਦਾ। ਸਾਡਾ ਇਹ ਵਾਲਾ ਪਾਰਟ 0 ਹੈ, ਅਤੇ ਮੁਰਲਾ ਨੰਬਰ ਜਿਹੜਾ ਸਾਡਾ ਅਬਸੀਸਾ ਹੈ, ਜਿਸ ਨੂੰ ਅਸੀਂ ਭੁੱਜ ਬੋਲਦੇ ਹਾਂ, ਇਹ ਵਾਲਾ ਜਿਹੜਾ ਸਾਡਾ ਪਾਰਟ ਹੈ ਇਹ ਚੇਂਜ ਹੋ ਰਿਹਾ, ਐਕਸ ਚੇਂਜ ਹੋ ਰਿਹਾ। ਤਾਂ ਸਾਡਾ ਜਿਹੜਾ ਐਕਸ ਧੁਰੇ ਦੇ ਉੱਪਰ ਜਿਹੜੇ ਬਿੰਦੂ ਹੋਣਗੇ ਉਹ x, 0 ਦੇ ਹੋਣਗੇ। ਜੇ ਇਹੀ ਕੁਐਸਚਨ ਵਾਈ ਧੁਰੇ ਦਾ ਹੁੰਦਾ ਤਾਂ ਪੁਆਇੰਟਸ ਹੁੰਦੇ 0, y ਟਾਈਪ ਦੇ, ਕਿਉਂਕਿ ਉਹਦੇ ਵਿੱਚ y 0, x ਸਾਡਾ 0 ਹੋ ਜਾਣਾ ਸੀ ਅਤੇ y ਦੀ ਵੈਲਿਊ ਚੇਂਜ ਹੋਣੀ ਸੀ y ਧੁਰੇ ਦੇ ਉੱਪਰ। ਸੋ ਜਦੋਂ x ਧੁਰੇ ਦੀ ਗੱਲ ਕਰਦੇ ਹਾਂ ਤਾਂ x, 0 ਪੁਆਇੰਟ ਲੈਣਾ ਹੈ। ਜਦੋਂ y ਧੁਰੇ ਦੀ ਗੱਲ ਕਰਦੇ ਹਾਂ ਤਾਂ 0, y ਪੁਆਇੰਟ, y ਧੁਰੇ ਦੇ ਲਈ, y ਐਕਸਿਸ ਦੇ ਲਈ ਇਹ ਵਾਲਾ ਪੁਆਇੰਟ। ਨੈਕਸਟ ਕੁਐਸਚਨ ਨੰਬਰ 29, ਵਟ ਇਜ਼ ਦੀ ਅਬਸੀਸਾ ਆਫ ਪੁਆਇੰਟ 4, -3 ਬਿੰਦੂ 4, -3 ਦਾ ਭੁੱਜ ਕੀ ਹੋਵੇਗਾ। ਤਾਂ ਦੇਖੋ x ਨੂੰ ਅਸੀਂ ਭੁੱਜ ਬੋਲਦੇ ਹਾਂ, ਅਬਸੀਸਾ, ਅਤੇ y ਨੂੰ ਅਸੀਂ ਕੋਟੀ ਬੋਲਦੇ ਹਾਂ, ਆਰਡੀਨੇਟ। ਸੋ ਦੋਵਾਂ ਦੇ ਵਿੱਚੋਂ ਕੁਝ ਵੀ ਪੁੱਛਿਆ ਜਾ ਸਕਦਾ। ਇੱਥੇ ਸਾਨੂੰ ਪੁੱਛਿਆ ਹੈ ਅਬਸੀਸਾ, ਫਸਟ ਪਾਰਟ। ਸੋ ਅਬਸੀਸਾ ਭੁੱਜ ਕੀ ਹੈ, ਸਾਡੇ ਪਾਸ 4 ਹੈ, ਸੋ ਰਾਈਟ ਆਪਸ਼ਨ ਸੀ ਹੈ। ਜੇ ਕੋਟੀ ਪੁੱਛੀ ਹੁੰਦੀ ਤਾਂ ਅਸੀਂ ਬੋਲਦੇ -3। ਦੋਵਾਂ ਦੇ ਵਿੱਚੋਂ ਕੁਝ ਵੀ ਪੁੱਛਿਆ ਜਾ ਸਕਦਾ ਹੈ। ਲਾਸਟ ਕੁਐਸਚਨ ਨੰਬਰ 30, ਸਿੰਪਲੀਫਾਈ, ਸਰਲ ਕਰੋ। ਸੋ ਅਸੀਂ ਸਰਲ ਕਰਨਾ ਇਸ ਨੂੰ, ਤਾਂ ਇਹ ਵੀ 2 ਮਾਰਕਸ ਦਾ ਕੁਐਸਚਨ ਜਿਹੜਾ ਤੁਹਾਡਾ ਬਣਦਾ ਹੈ। 3 + 3√3, ਇਸ ਨੂੰ ਮਲਟੀਪਲਾਈ ਕਰਕੇ ਹੀ ਚੈੱਕ ਕਰਨਾ ਪਏਗਾ। 3 × 2 6, 3 × √2 3√2, √2 × 2, sorry, √3 × 2, that is 2√3, and √3 × 2 is √6। ਕੋਈ ਵੀ ਲਾਈਕ ਟਰਮ ਨਹੀਂ ਹੈ। ਇਹ √2 ਹੈ, ਇਹ √3 ਹੈ, ਇਹ √6 ਹੈ, ਇਹਦੇ ਨਾਲ ਰੂਟ ਹੈ ਹੀ ਨਹੀਂ। ਕੋਈ ਵੀ ਟਰਮ ਐਡ ਔਰ ਸਬਟਰੈਕਟ ਨਹੀਂ ਹੋ ਸਕਦੀ। ਸਾਡੇ ਪਾਸ ਰਾਈਟ ਆਪਸ਼ਨ ਕਿੱਥੇ ਹੈ, ਦੇਖੋ ਇਹ ਵਾਲਾ ਸਾਰੀ ਵੈਲਿਊ ਸਾਡੇ ਪਾਸ ਇਹ ਪਈ ਹੈ, 6 + 3√2, 2√3, ਅਤੇ ਇਹ ਸਿੰਗਲ ਉਹਦੇ ਵਿੱਚ ਹੀ ਪਹੁੰਚ ਗਿਆ। ਸਿੰਗਲ ਦੇ ਵਿੱਚ ਤਾਂ ਕਦੇ ਛੇਤੀ ਆਨਸਰ ਹੀ ਨਹੀਂ ਆਉਂਦਾ ਹੈਗਾ। ਈਵਨ 2 ਦੇ ਵਿੱਚ ਆ ਜਾਂਦਾ ਹੈ, ਜੇਕਰ ਦੋਨਾਂ ਦੇ ਸਾਈਨ +- ਹੋਣ ਤਦ ਪੋਸੀਬਿਲਿਟੀ ਰਹਿੰਦੀ ਹੈ ਕਿ ਸਿੰਪਲ ਨੰਬਰ ਬਣ ਜਾਂਦਾ ਹੈ। ਅਦਰਵਾਈਜ਼ 3 ਜਾਂ 4 ਨੰਬਰ ਹੀ ਆਨਸਰ ਦੇ ਵਿੱਚ ਆਉਂਦੇ ਨੇ ਜਦੋਂ ਇੱਦਾਂ ਦੀ ਬ੍ਰੈਕਟ ਨੂੰ ਅਸੀਂ ਮਲਟੀਪਲਾਈ ਕਰਦੇ ਹਾਂ। ਸੋ ਦੋਸਤੋ, ਉਮੀਦ ਹੈ ਕਿ ਜਿਹੜੇ ਕੁਐਸਚਨ ਨੇ ਤੁਹਾਡੇ ਲਈ, ਤੁਹਾਡੇ ਜੁਲਾਈ ਟੈਸਟ ਦੇ ਵਿੱਚ ਕਾਫੀ ਹੈਲਪਫੁਲ ਹੋਣਗੇ। ਕੋਸ਼ਿਸ਼ ਕੀਤੀ ਹੈ ਕਿ ਹਰ ਐਸਪੈਕਟ ਨੂੰ ਕਵਰ ਕੀਤਾ ਹੈ ਤੁਹਾਡੇ ਲਈ। ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓ ਦੇ ਜਿਹੜੇ ਰੈਗੂਲਰ ਅਪਡੇਟਸ ਨੇ ਉਹ ਤੁਹਾਨੂੰ ਮਿਲਦੇ ਰਹਿਣ। ਚੈਨਲ ਦੇ ਨਾਲ ਜੁੜੇ ਰਹੋ। ਚੈਨਲ 'ਤੇ ਆਉਣ ਲਈ ਧੰਨਵਾਦ।